ਮਾਲਵੇ ਦੇ ਕਿਸਾਨਾਂ ਦੇ ਨਾਲ ਆਖਿਰਕਾਰ ਉਹੀ ਹੋਇਆ ਜਿਹਦਾ ਡਰ ਸੀ। ਦਿੱਲੀ ਦੇ ਵਿੱਚ 1 ਨਵੰਬਰ ਤੋਂ ਸਾਰੇ ਸਕੂਲ ਖੁੱਲ ਜਾਣਗੇ। ਗਲਾਸਗੋ ਦੇ ਵਿੱਚ ਪਹੁੰਚਣ ਤੇ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਜਾਵੇਗਾ। ਕੈਪਟਨ ਨੇ ਸਿਆਸੀ ਪੱਤੇ ਖੋਲ ਦਿੱਤੇ ਨੇ। ਵਿਰੋਧੀ ਕੀ ਬੋਲੇ ਨੇ ਸਾਰਾ ਦੱਸਾਂਗੇ। यूपी ਦੇ ਵਿੱਚ ਹੁਣ ਪੁਲਿਸ ਨੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮੋਰਚੇ ਨੇ ਤਿੱਖੀ ਚੇਤਾਵਨੀ ਦਿੱਤੀ ਹੈ। ਨਿਹੰਗ ਸਿੰਘ ਜਥੇਬੰਦੀਆਂ ਸਿੰਘੂ ਬਾਰਡਰ ਤੇ ਹੀ ਰਹਿਣਗੀਆਂ। ਹਾਲਾਂਕਿ ਫਾਈਨਲ ਫੈਸਲਾ ਕੱਲ ਨੂੰ ਸੁਣਾਇਆ ਜਾਵੇਗਾ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਬੇਅਦਬੀ ਨੂੰ ਰੋਕਣ ਦਾ ਸਾਰਾ ਜਿਹੜਾ ਜ਼ਿੰਮਾ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਸਿਰ ਤੇ ਲੈ ਲਿਆ ਹੈ। ਹਰ ਗੁਰੂ ਘਰ ਦਾ ਪ੍ਰਬੰਧ ਹੁਣ ਨਿਹੰਗ ਸਿੰਘਾਂ ਦੇ ਜਥੇ ਜਾ ਕੇ ਚੈੱਕ ਕਰਨਗੇ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਕੱਲ ਦੀ ਲੋਕ ਰਾਏ ਦਾ ਨਤੀਜਾ ਦੱਸ ਦਿੰਦੇ ਹਾਂ। ਕੱਲ ਦੀ ਲੋਕ ਰਾਏ ਸੀ ਕਿ ਕ੍ਰਿਕਟ ਦੀ ਖੇਡ ਦੇ ਵਿੱਚ ਭਾਰਤ ਦੀ ਪਾਕਿਸਤਾਨ ਕੋਲੋਂ ਹਾਰ ਤੋਂ ਬਾਅਦ ਵਿਦਿਆਰਥੀਆਂ ਦੀ ਕੁੱਟਮਾਰ, ਪਰਚੇ ਤੇ ਭਾਰਤੀ ਖਿਡਾਰੀਆਂ ਨੂੰ ਗਾਲੀ ਗਲੋਚ ਵਰਗੀਆਂ ਕਾਰਵਾਈਆਂ ਦੇ ਨਾਲ ਕੀ ਤੁਸੀਂ ਸਹਿਮਤ ਹੋ? 5% ਦਰਸ਼ਕ ਸਿਰਫ ਸਹਿਮਤ ਨੇ, 95% ਦਰਸ਼ਕ ਅਸਹਿਮਤ ਨੇ, ਜਿਹੜੇ ਇਹ ਮੰਨਦੇ ਨੇ ਕਿ ਇਹ ਖੇਡ ਦਾ ਮੈਦਾਨ ਹੁੰਦਾ ਹੈ, ਜੰਗ ਦਾ ਨਹੀਂ। ਅੱਜ ਦੀ ਲੋਕ ਰਾਏ ਹੈ ਕਿ ਨਿਹੰਗ ਸਿੰਘਾਂ ਨੂੰ ਸਿੰਘੂ ਬਾਰਡਰ ਤੋਂ ਚਲੇ ਜਾਣਾ ਚਾਹੀਦਾ ਹੈ ਜਾਂ ਫਿਰ ਕਿਸਾਨਾਂ ਦੀ ਢਾਲ ਬਣ ਕੇ ਉੱਥੇ ਹੀ ਰਹਿਣਾ ਚਾਹੀਦਾ ਹੈ। ਤੁਹਾਡੀ ਕੀ ਰਾਏ ਹੈ? ਜੇ ਜਾਣਾ ਚਾਹੀਦਾ ਹੈ ਯੈਸ ਜਾਂ ਹਾਂ ਲਿਖਿਓ, ਜੇ ਜਾਣਾ ਨਹੀਂ ਚਾਹੀਦਾ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ, ਭਾਰਤ ਤੇ ਦੁਨੀਆ ਦੀਆਂ ਵੱਡੀਆਂ ਖਬਰਾਂ ਵੀ ਦੱਸਾਂਗੇ। ਤੇ ਪਹਿਲੀ ਖਬਰ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ। ਸਭ ਤੋਂ ਪਹਿਲੀ ਖਬਰ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਵੰਬਰ 2021 ਵਿੱਚ ਲਏ ਜਾਣ ਵਾਲੇ ਪੇਪਰਾਂ ਦੀ ਡੇਟ ਸ਼ੀਟ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਕਲਾਸ ਮਾਰਚ 2021 ਦੇ ਵਿੱਚ ਰਹਿੰਦੀਆਂ ਪ੍ਰੀਖਿਆਵਾਂ ਰੀਅਪੀਅਰ ਵਾਧੂ ਵਿਸ਼ਾ ਦਰਜਾ ਵਧਾਉਣ ਅਤੇ 10ਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ਾ ਤਿਮਾਹੀ ਅਤੇ ਗੋਲਡਨ ਚਾਂਸ ਮੁੜ ਪ੍ਰੀਖਿਆ ਜਿਹੜੀ ਕਿ ਵਿਦਿਆਰਥੀ ਫੀਸ ਭਰਨ ਤੋਂ ਬਾਅਦ ਜਨਵਰੀ 2021 ਵਿੱਚ ਦੇਣ ਤੋਂ ਵਾਂਝੇ ਰਹਿ ਗਏ ਸੀ। 10 ਨਵੰਬਰ 2021 ਤੋਂ 25 ਨਵੰਬਰ 2021 ਤੱਕ ਕਰਵਾਈ ਜਾਏਗੀ। ਯਾਨੀ ਕਿ ਆਉਂਦੇ ਮਹੀਨੇ 10 ਤੋਂ 25 ਤਰੀਕ ਤੱਕ ਇਹ ਪੇਪਰ ਹੋਣਗੇ। ਸਵੇਰੇ 11 ਵਜੇ ਤੋਂ ਦੁਪਹਿਰੇ 2:15 ਵਜੇ ਤੱਕ ਪ੍ਰੀਖਿਆ ਕੇਂਦਰਾਂ ਦੇ ਵਿੱਚ ਪੇਪਰ ਚੱਲਣਗੇ ਤੇ ਵਿਦਿਆਰਥੀ ਡੇਟ ਸ਼ੀਟ ਦੀ ਜਾਣਕਾਰੀ ਹੈ ਜਿਹੜੀ ਉਹ ਬੋਰਡ ਦੀ ਅਧਿਕਾਰਿਤ ਵੈਬਸਾਈਟ www.pscb.ac.in ਦੇ ਉੱਤੇ ਜਾ ਕੇ ਦੇਖ ਸਕਦੇ ਨੇ। ਗੱਲ ਕਰਾਂਗੇ ਸਿਆਸਤ ਦੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ, ਪਰ ਹਲੇ ਨਾਮ ਨਹੀਂ ਦੱਸਿਆ ਹੈ। ਪਾਰਟੀ ਦਾ ਨਾਮ ਦੱਸਣ ਤੋਂ ਗੁਰੇਜ਼ ਕਰਦਿਆਂ ਕੈਪਟਨ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਹਾਮੀ ਤੋਂ ਬਾਅਦ ਹੀ ਮੈਂ ਪਾਰਟੀ ਦਾ ਨਾਮ ਨਸ਼ਰ ਕਰਾਂਗਾ। ਕੈਪਟਨ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਮੈਂ ਲੜਾਂਗਾ, ਸਾਰੀਆਂ 117 ਸੀਟਾਂ ਦੇ ਉੱਤੇ ਉਮੀਦਵਾਰ ਖੜੇ ਕਰਾਂਗਾ। ਪ੍ਰੈਸ ਕਾਨਫਰੰਸ ਖਾਸ ਤੌਰ ਤੇ ਸੱਦੀ ਗਈ ਸੀ ਕੈਪਟਨ ਦੇ ਵੱਲੋਂ ਤੇ ਮੁੱਖ ਮੰਤਰੀ ਵਜੋਂ ਆਪਣੇ 4.5 ਸਾਲਾਂ ਦੇ ਕਾਰਜਕਾਲ ਦਾ ਹਿਸਾਬ ਵੀ ਕੈਪਟਨ ਨੇ ਦਿੱਤਾ। ਕਿਹਾ ਮੈਂ 92% ਵਾਅਦੇ ਨੇ ਜਿਹੜੇ ਉਹ ਪੂਰੇ ਕੀਤੇ ਨੇ। ਸਾਬਕਾ ਮੁੱਖ ਮੰਤਰੀ ਜਿਹੜੇ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਪੂਰੀ ਤਿਆਰੀ ਕਰਕੇ ਪਹੁੰਚੇ ਸੀ, ਕੈਪਟਨ ਨੇ ਵਿਰੋਧੀਆਂ ਨੂੰ ਚੰਗੇ ਰਗੜੇ ਲਾਏ। ਕੈਪਟਨ ਨੇ ਆਪਣੇ ਵਿਰੋਧੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਮੇਰੇ ਤੇ ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚੋਂ 92% ਵਾਅਦੇ ਮੈਂ ਪੂਰੇ ਕੀਤੇ ਨੇ। ਸਿੱਧੂ ਜਿੱਥੋਂ ਵੀ ਚੋਣ ਲੜੂਗਾ ਮੈਂ ਉਸ ਨੂੰ ਹਰਾਊਂਗਾ। ਕੈਪਟਨ ਨੇ ਕਿਹਾ ਕਿ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸਾਰੇ ਵਾਅਦੇ ਨੇ ਜਿਹੜੇ ਉਹ ਪੂਰੇ ਹੋ ਜਾਣੇ ਸੀ, ਪਰ ਇਹਨਾਂ ਨੇ ਜਾਣਬੁੱਝ ਕੇ ਮੈਨੂੰ ਬਦਨਾਮ ਕੀਤਾ। ਕੈਪਟਨ ਨੇ ਕਿਹਾ ਕਿ ਮੇਰੀ ਪਾਰਟੀ ਸੂਬੇ ਦੀਆਂ ਸਾਰੀਆਂ 117 ਸੀਟਾਂ ਤੇ ਚੋਣ ਲੜੇਗੀ ਤੇ ਇਹ ਇੱਕ ਵੱਡਾ ਬਿਆਨ ਦਿੱਤਾ। ਜਿਹੜੀ ਪਾਰਟੀ ਦੇ ਮੁੱਖ ਮੰਤਰੀ ਰਹੇ ਨੇ ਉਸ ਪਾਰਟੀ ਬਾਰੇ ਕੈਪਟਨ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਕਿਤੇ ਵੀ ਨਹੀਂ ਠਹਿਰਦੀ। ਅਗਲੀਆਂ ਚੋਣਾਂ ਵਿੱਚ ਕਹਿੰਦੇ ਮੇਰੀ ਪਾਰਟੀ ਦਾ ਮੁਕਾਬਲਾ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਏਗਾ। ਆਮ ਆਦਮੀ ਪਾਰਟੀ ਦਾ ਨਾਮ ਵੀ ਨਹੀਂ ਲਿਆ। ਕੈਪਟਨ ਨੇ ਕਿਹਾ ਕਿ ਜਦੋਂ ਤੋਂ ਸਿੱਧੂ ਦੇ ਹੱਥ ਪਾਰਟੀ ਦੀ ਕਮਾਨ ਆਈ ਹੈ ਕਾਂਗਰਸ ਦਾ ਗ੍ਰਾਫ ਹੇਠਾਂ ਨੂੰ ਹੀ ਜਾ ਰਿਹਾ ਹੈ। ਅਰੂਸਾ ਆਲਮ ਦੇ ਬਾਰੇ ਵੀ ਸਵਾਲ ਪੁੱਛੇ ਗਏ ਤਾਂ ਕੈਪਟਨ ਨੇ ਕਿਹਾ ਕਿ 16 ਸਾਲਾਂ ਤੋਂ ਅਰੂਸਾ ਆਲਮ ਪੰਜਾਬ ਦੇ ਵਿੱਚ ਆ ਰਹੀ ਹੈ। ਉਸ ਵਕਤ ਸੁਖਜਿੰਦਰ ਸਿੰਘ ਰੰਧਾਵਾ ਦੀ ਜ਼ੁਬਾਨ ਨੂੰ ਕੀ ਹੋਇਆ ਸੀ, ਉਸ ਵਕਤ ਕਿਉਂ ਨਹੀਂ ਬੋਲੇ? ਉਹਨਾਂ ਕਿਹਾ ਕਿ 28 ਅਕਤੂਬਰ ਨੂੰ ਮੈਂ ਦਿੱਲੀ ਜਾਵਾਂਗਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਾਂਗਾ। ਦਾਅਵਾ ਕੀਤਾ ਕਿ ਕਦੇ ਵੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਮੇਰੀ ਨਹੀਂ ਹੋਈ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਕਾਂਗਰਸ ਦੇ ਲੀਡਰ ਮੇਰੇ ਸੰਪਰਕ ਦੇ ਵਿੱਚ ਹਨ। ਸੋ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨ ਵਾਲੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਇਸ ਤੋਂ ਸਾਫ਼ ਹੀ ਜਿਹੜਾ ਇਹ ਜ਼ਾਹਿਰ ਹੁੰਦਾ ਹੈ ਕਿ
ਕੈਪਟਨ ਦੀ ਪਾਰਟੀ ਹੈ ਜਿਹੜੀ ਉਸ ਦਾ ਗੱਠਜੋੜ ਬੀਜੇਪੀ ਦੇ ਨਾਲ ਹੋਵੇਗਾ। ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਕਿਹਾ ਕਿ ਸਿੱਧੂ ਨੂੰ ਅਕਲ ਨਹੀਂ ਹੈ, ਸਿੱਧੂ ਕੁਝ ਵੀ ਬੋਲਦਾ ਰਹਿੰਦਾ ਹੈ, ਤਾਂ ਨਵਜੋਤ ਸਿੰਘ ਸਿੱਧੂ ਵੀ ਪਿੱਛੇ ਨਹੀਂ ਰਹੇ। ਨਵਜੋਤ ਸਿੰਘ ਸਿੱਧੂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਜੈ ਚੰਦ ਦੱਸ ਦਿੱਤਾ। ਜਿਵੇਂ ਹੀ ਕੈਪਟਨ ਨੇ ਆਪਣੀ ਪ੍ਰੈਸ ਕਾਨਫਰੰਸ ਨਬੇੜੀ ਤਾਂ ਸਿੱਧੂ ਨੇ ਟਵੀਟ ਕੀਤੇ, ਕਿਹਾ ਕਿ ਜ਼ਲਾਲਤ ਭਰੀ ਤਰਸਯੋਗ ਹਾਲਤ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਕੀ ਤੁਹਾਨੂੰ ਚੰਗੀ ਕਾਰਗੁਜ਼ਾਰੀ ਦੇ ਲਈ ਜ਼ਲੀਲ ਕਰਕੇ ਹਟਾਇਆ ਗਿਆ ਸੀ, ਜਾਂ ਫਿਰ 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਨਲਾਇਕ ਮੁੱਖ ਮੰਤਰੀ ਨੂੰ ਧੌਣ ਤੋਂ ਫੜ ਕੇ ਅਹੁਦਿਓਂ ਲਾ ਦਿੱਤਾ ਸੀ? ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ। ਸਿੱਧੂ ਨੇ ਕੈਪਟਨ ਨੂੰ ਕਿਹਾ ਕਿ ਤੁਹਾਨੂੰ ਪੰਜਾਬ ਦੀ ਸਿਆਸਤ ਦੇ ਇਤਿਹਾਸ ਦੇ ਵਿੱਚ ਜੈ ਚੰਦ ਵਜੋਂ ਯਾਦ ਰੱਖਿਆ ਜਾਵੇਗਾ। ਤੁਸੀਂ ਸੱਚਮੁੱਚ ਹੀ ਚੱਲੇ ਹੋਏ ਕਾਰਤੂਸ ਹੋ। ਸਿੱਧੂ ਨੇ ਕਿਹਾ ਕਿ ਕੀ ਤੁਹਾਡੀ ਜਵਾਬਦੇਹੀ ਤੈਅ ਕਰਨ ਲਈ ਬਣਾਈ ਗਈ 3 ਮੈਂਬਰੀ ਕਮੇਟੀ ਤੁਹਾਡੇ ਤੇ ਰਹਿਮ ਕਰਨ ਲਈ ਬਣਾਈ ਗਈ ਸੀ? ਵਿਧਾਇਕ ਤੁਹਾਡੇ ਵਿਰੁੱਧ ਕਿਉਂ ਸਨ? ਕਿਉਂਕਿ ਸਭ ਜਾਣਦੇ ਨੇ ਕਿ ਤੁਹਾਡੀ ਬਾਦਲਾਂ ਦੇ ਨਾਲ ਮਿਲੀ ਭੁਗਤ ਹੈ। ਤੁਹਾਡੀ ਇੱਕੋ ਇੱਕ ਇੱਛਾ ਮੈਨੂੰ ਹਰਾਉਣਾ ਹੈ। ਕੀ ਤੁਸੀਂ ਕਦੇ ਇਹ ਵੀ ਚਾਹਿਆ ਕਿ ਪੰਜਾਬ ਜਿੱਤੇ? ਬਾਦਲਾਂ ਤੇ ਬੀਜੇਪੀ ਦੇ ਨਾਲ ਤੁਹਾਡੀ 75-25 ਵਾਲੀ ਸਾਂਝ ਹੈ ਜਿਹੜੀ ਉਹ ਕਿਸੇ ਤੋਂ ਲੁਕੀ ਨਹੀਂ ਹੈ। ਸਿੱਧੂ ਨੇ ਕੈਪਟਨ ਤੇ ਖੁਦ ਨੂੰ ਬਚਾਉਣ ਦੇ ਲਈ ਪੰਜਾਬ ਦੇ ਨਾਲ ਸਮਝੌਤਾ ਕਰਨ ਦਾ ਇਲਜ਼ਾਮ ਵੀ ਲਾਇਆ। ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਕਾਂਗਰਸ ਦੇ 78 ਵਿਧਾਇਕ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਦੇ ਵਿੱਚ ਪੰਜਾਬ ਦਾ ਉਹ ਮੁੱਖ ਮੰਤਰੀ ਮਿਲਿਆ ਸੀ ਜਿਸ ਦੀ ਲਗਾਮ ਈਡੀ ਦੇ ਸ਼ਿਕੰਜੇ ਰਾਹੀਂ ਬੀਜੇਪੀ ਦੇ ਹੱਥਾਂ ਵਿੱਚ ਹੈ, ਜਿਸ ਨੇ ਆਪਣਾ ਚੰਮ ਬਚਾਉਣ ਦੇ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ, ਜੋ ਪੰਜਾਬ ਦੇ ਅੰਦਰ ਇਨਸਾਫ ਤੇ ਵਿਕਾਸ ਦਾ ਰਾਹ ਰੋਕਣ ਵਾਲੀ ਨਕਾਰਾਤਮਕ ਤਾਕਤ ਸੀ, ਜੋ ਜਾਣਬੁੱਝ ਕੇ ਪੰਜਾਬ ਦੋਖੀਆਂ ਨੂੰ ਬਚਾਉਣ ਖਾਤਰ ਪੰਜਾਬ ਦੇ ਸਭ ਤੋਂ ਅਹਿਮ ਮੁੱਦਿਆਂ ਤੇ ਬੇਫਿਕਰੀ ਦੀ ਨੀਂਦ ਸੁੱਤਾ ਰਿਹਾ। ਅਖੀਰ ਦੇ ਵਿੱਚ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਤੁਹਾਨੂੰ ਤੁਹਾਡੇ ਕੰਮਾਂ ਦੀ ਸਜ਼ਾ ਦੇਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਕੈਪਟਨ ਦੇ ਇਸ ਐਲਾਨ ਤੋਂ ਬਾਅਦ ਰਿਐਕਸ਼ਨ ਦਿੱਤਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੀਤੀ ਗਈ ਹੈ। ਕੈਪਟਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕਾਂਗਰਸ ਕੇਂਦਰ ਦੇ ਇਸ ਫੈਸਲੇ ਦੇ ਵਿੱਚ ਖੁੱਲ੍ਹ ਕੇ ਸ਼ਾਮਲ ਸੀ, ਕਿਉਂਕਿ ਕੈਪਟਨ ਅੱਜ ਵੀ ਕੇਂਦਰ ਦੇ ਫੈਸਲੇ ਨੂੰ ਹੀ ਜਸਟੀਫਾਈ ਕਰ ਰਹੇ ਨੇ। ਪੰਜਾਬ ਦਾ 50% ਹਿੱਸਾ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਿਆ। BSF ਨੂੰ ਪੁਲਿਸ ਦਾ ਅਧਿਕਾਰ ਖੇਤਰ ਦੇ ਦਿੱਤਾ ਗਿਆ। ਸਭ ਕਾਸੇ ਦੇ ਲਈ ਕੈਪਟਨ ਜ਼ਿੰਮੇਵਾਰ ਹੈ। ਅਸੀਂ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਪਹਿਲਾਂ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ ਕਿ ਇਹ ਕੰਮ ਜੋ ਹੋਇਆ ਇਹ ਤੁਹਾਡੀ ਜਿਹੜੀ ਹੈ ਸੁਲਹ ਸਫਾਈ ਦੇ ਨਾਲ ਬੀਜੇਪੀ ਨੇ ਕੀਤਾ। ਅੱਜ ਦੀ ਜਿਹੜੀ ਸਪੈਸ਼ਲ ਪ੍ਰੈਸ ਕਾਨਫਰੰਸ ਹੈ ਇਹ ਪੰਜਾਬ ਦੇ ਹਿੱਤਾਂ ਦੇ ਖਿਲਾਫ ਗਈ ਹੈ, ਕਿਉਂਕਿ ਕੈਪਟਨ ਸਾਹਿਬ ਨੇ ਅੱਜ ਵੀ ਕੇਂਦਰ ਸਰਕਾਰ ਦੇ ਨਾਲ ਡਟ ਕੇ ਖੜੇ ਆ, ਬੀਜੇਪੀ ਦੇ ਨਾਲ ਡਟ ਕੇ ਖੜੇ ਆ, ਔਰ ਐਡਾ ਵੱਡਾ ਜਿਹੜਾ ਹਮਲਾ ਜਿਹੜਾ ਫੈਡਰਲ ਢਾਂਚੇ ਦੇ ਉੱਤੇ ਹੋਇਆ ਉਹਦੀ ਵਕਾਲਤ ਕਰਨਾ, ਇਹ ਮੈਂ ਸਮਝਦਾ ਕਿ ਇਹਦੇ ਨਾਲ ਸਾਰੀ ਬਿੱਲੀ ਜਿਹੜੀ ਥੱਲੇ ਬਾਹਰ ਆ ਗਈ ਕਿ ਕਾਂਗਰਸ ਪਾਰਟੀ, ਮੈਂ ਇਸ ਕਰਕੇ ਕਹਿ ਰਿਹਾ ਕਿ ਲਗਾਤਾਰ ਉਹ ਕਾਂਗਰਸ ਦੇ ਮੁੱਖ ਮੰਤਰੀ ਸਨ। ਔਰ ਅਸੀਂ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਕਿ ਇਹ ਨਹੀਂ ਹੋ ਸਕਦਾ ਕਿ ਇਹ ਕੰਮ ਇੱਕੋ ਵੇਲੇ ਹੋ ਗਿਆ। ਇਹ ਤੁਸੀਂ ਲੋਕਾਂ ਨੇ ਨਾਲ ਰਲ ਕੇ ਤੇ ਉੱਥੇ ਕੇਂਦਰ ਤੇ ਜਸਟੀਫਾਈ ਕੀਤਾ ਹੋਇਆ। ਬੀਜੇਪੀ ਦੀ ਗੱਲ ਕਰ ਲਈਏ ਤਾਂ ਬੀਜੇਪੀ ਦੇ ਪੰਜਾਬ ਤੋਂ ਲੀਡਰ ਹਰਜੀਤ ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮਝਦਾਰੀ ਨਾਲ ਫੈਸਲੇ ਲੈਂਦੇ ਨੇ ਤੇ ਬਹੁਤ ਵਧੀਆ ਸਿਆਸਤਦਾਨ ਨੇ। ਸੁਖਜਿੰਦਰ ਰੰਧਾਵਾ ਤਾਂ ਕਹਿੰਦੇ ਕਾਬਿਲ ਨਹੀਂ ਹੈ, ਨਾ ਗੰਭੀਰ ਹੈ, ਤਜਰਬੇ ਦੀ ਵੀ ਘਾਟ ਹੈ। ਅਜਿਹੇ ਵਿਅਕਤੀ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਹੀ ਨਹੀਂ ਬਣਾਉਣਾ ਚਾਹੀਦਾ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਮਰਜ਼ੀ ਕਹੇ ਉਸਦੇ ਕਹਿਣ ਦੀ ਕੋਈ ਭਰੋਸੇਯੋਗਤਾ ਹੀ ਨਹੀਂ ਹੈ। ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਮੇਰੇ ਹਲਕੇ ਜਲੰਧਰ ਕੈਂਟ ਤੋਂ ਹੀ ਚੋਣ ਲੜ ਕੇ ਤੁਸੀਂ ਦੇਖ ਲਵੋ, ਅਸੀਂ ਖਿਡਾਰੀ ਹਾਂ, ਲੜਨਾ ਜਾਣਦੇ ਹਾਂ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਜ਼ਬੂਤ ਉਮੀਦਵਾਰ ਉਤਾਰਾਂਗਾ, ਇਹ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੇ। ਤਾਂ ਉਸਦੇ ਜਵਾਬ ਦੇ ਵਿੱਚ ਪ੍ਰਗਟ ਸਿੰਘ ਨੇ ਚੈਲੰਜ ਕੀਤਾ ਹੈ ਕੈਪਟਨ ਨੂੰ ਕਿ ਤੁਸੀਂ ਜਲੰਧਰ ਆ ਕੇ ਮੇਰੇ ਖਿਲਾਫ ਹੀ ਚੋਣ ਲੜ ਕੇ ਦੇਖ ਲਓ, ਮੈਂ ਹੀ ਤੁਹਾਨੂੰ ਹਰਾ ਦੇਵਾਂਗਾ। ਸਿੱਧੂ ਤਾਂ ਦੂਰ ਦੀ ਗੱਲ ਹੈ। ਸੰਯੁਕਤ ਅਕਾਲੀ ਦਲ ਦੇ ਲੀਡਰ ਜਿਹੜੇ ਹੈਗੇ ਨੇ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ। ਸਪਸ਼ਟ ਕੀਤਾ ਕਿ ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋਈ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਬਿਆਨ ਦਿੱਤਾ ਸੀ ਤਾਂ ਉਹਨਾਂ ਨੇ ਥੋੜੇ ਜਿਹੇ ਸੰਕੇਤ ਦਿੱਤੇ ਸੀ ਕਿ ਸੰਯੁਕਤ ਅਕਾਲੀ ਦਲ ਦੇ ਨਾਲ ਗੱਠਜੋੜਾ ਜਿਹੜਾ ਹੋ ਸਕਦਾ ਹੈ। ਢੀਂਡਸਾ ਨੇ ਕਿਹਾ ਕਿ ਸਾਡਾ ਸਭ ਤੋਂ ਪਹਿਲਾ ਕੰਮ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਕਰਵਾਉਣਾ ਹੈ। ਇਸ ਮਸਲੇ ਦੇ ਹੱਲ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੋ ਸਕਦੀ। ਸੁਖਦੇਵ ਢੀਂਡਸਾ ਨੇ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਕਿਸਾਨੀ ਮਸਲਾ ਕਿਉਂ ਨਹੀਂ ਹੱਲ ਕਰਵਾਇਆ, ਕਿਉਂ ਉਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਪਾਸੇ ਸਖਤ ਕਦਮ ਚੁੱਕੇ। ਕੈਪਟਨ ਨੂੰ ਢੀਂਡਸਾ ਨੇ ਸਲਾਹ ਦਿੱਤੀ ਕਿ ਜਦੋਂ ਤੁਸੀਂ ਅਜਿਹੇ ਕਦਮ ਨਾ ਚੁੱਕੇ ਹੋਣ ਤਾਂ ਬਿਨਾਂ ਕਿਸੇ ਗੱਲਬਾਤ ਦੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਕਿ ਤੁਸੀਂ ਸਾਡੇ ਨਾਲ ਗੱਠਜੋੜ ਕਰ ਰਹੇ ਹੋ। ਮੇਰੀ ਤਾਂ ਕਹਿੰਦੇ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ।
ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ 27 ਅਕਤੂਬਰ ਨੂੰ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਸੀ ਕਿ ਸਿੰਘੂ ਬਾਰਡਰ ਤੇ ਉਹਨਾਂ ਨੇ ਰਹਿਣਾ ਹੈ ਜਾਂ ਫਿਰ ਵਾਪਸ ਚਲੇ ਜਾਣਾ ਹੈ। ਸਿੰਘੂ ਬਾਰਡਰ ਜਾਂ ਫਿਰ ਬਾਕੀ ਸਾਰੇ ਮੋਰਚਿਆਂ ਤੋਂ ਜਿੱਥੇ ਵੀ ਨਿਹੰਗ ਸਿੰਘ ਬੈਠੇ ਨੇ, ਕਿਉਂਕਿ ਕਿਸਾਨ ਲੀਡਰਾਂ ਨੇ ਇੱਕ ਦੋ ਵਾਰੀ ਪਹਿਲਾਂ ਕਹਿ ਦਿੱਤਾ ਹੈ ਨਿਹੰਗ ਸਿੰਘਾਂ ਨੂੰ ਕਿ ਤੁਸੀਂ ਇੱਥੋਂ ਚਲੇ ਜਾਓ, ਸਾਨੂੰ ਤੁਹਾਡੀ ਕੋਈ ਲੋੜ ਨਹੀਂ ਹੈ। ਤਾਂ ਵੱਡਾ ਇਕੱਠ ਕੀਤਾ ਗਿਆ। ਇਸ ਦੇ ਵਿੱਚ ਫੈਸਲਾ ਤਕਰੀਬਨ ਇਹੀ ਹੋਇਆ ਕਿ ਨਿਹੰਗ ਫੌਜਾਂ ਸਿੰਘੂ ਬਾਰਡਰ ਤੇ ਡਟੀਆਂ ਰਹਿਣਗੀਆਂ। ਕਹਿੰਦੇ ਦੇਸ਼ ਵਿਦੇਸ਼ ਤੋਂ ਸੰਗਤ ਨੇ ਸਾਨੂੰ ਇੱਥੇ ਹੀ ਬਣੇ ਰਹਿਣ ਦੀ ਅਪੀਲ ਕੀਤੀ ਹੈ ਕਿ ਅਸੀਂ ਮੋਰਚਾ ਛੱਡ ਕੇ ਨਾ ਜਾਈਏ। ਹਾਲਾਂਕਿ ਲਿਖਤੀ ਸੁਝਾਅ ਦਾ ਨਿਰੀਖਣ ਕਰਕੇ ਵੀਰਵਾਰ ਸ਼ਾਮ ਨੂੰ 4 ਵਜੇ ਪ੍ਰੈਸ ਕਾਨਫਰੰਸ ਕਰਕੇ ਸੰਗਤ ਦੇ ਸਾਹਮਣੇ ਫਾਈਨਲ ਫੈਸਲੇ ਦਾ ਐਲਾਨ ਕੀਤਾ ਜਾਵੇਗਾ। ਨਿਹੰਗ ਜਥੇਬੰਦੀਆਂ ਨੇ ਇਸ ਮੌਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਇਕੱਠ ਕੀਤਾ ਹੈ, ਉਸ ਦੇ ਵਿੱਚ ਕਈ ਹੋਰ ਫੈਸਲੇ ਵੀ ਲਏ ਨੇ। ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨੂੰ 2-2 ਬਾਟੇ ਕਰ ਰਹੀਆਂ ਨੇ, ਉਹਨਾਂ ਨਿਹੰਗ ਜਥੇਬੰਦੀਆਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹਨਾਂ ਦਾ ਬਾਈਕਾਟ ਹੋਣਾ ਚਾਹੀਦਾ ਹੈ, ਇਹ ਕਿਹਾ ਹੈ ਨਿਹੰਗ ਲੀਡਰਾਂ ਨੇ। ਸਾਰੀ ਸਿੱਖ ਕੌਮ ਨੂੰ ਇਹਨਾਂ ਨਿਹੰਗ ਸਿੰਘ ਜਥੇਬੰਦੀਆਂ ਦਾ ਬਾਈਕਾਟ ਕਰਨ ਨੂੰ ਕਿਹਾ ਜਿਹੜੀਆਂ 2-2 ਬਾਟੇ ਤਿਆਰ ਕਰਦੀਆਂ ਨੇ। ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਨੂੰ ਰੋਕਣ ਦਾ ਜਿਹੜਾ ਜ਼ਿੰਮਾ ਹੈ ਉਹ ਵੀ ਨਿਹੰਗ ਸਿੰਘਾਂ ਨੇ, ਦਲ ਪੰਥ ਨੇ ਆਪਣੇ ਹੱਥ ਵਿੱਚ ਲੈ ਲਿਆ। ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਖਿਲਾਫ ਦੋਸ਼ੀਆਂ ਨੂੰ ਡੱਕਣ ਵਾਸਤੇ ਦੀਵਾਲੀ ਤੋਂ ਬਾਅਦ 15 ਦਿਨਾਂ ਦੇ ਅੰਦਰ ਨਿਹੰਗ ਸਿੰਘ ਫੌਜਾਂ ਦੇ ਵੱਲੋਂ 2 ਜਥੇ ਸਿੰਘੂ ਬਾਰਡਰ ਤੋਂ ਪੰਜਾਬ ਦੀ ਧਰਤੀ ਤੇ ਰਵਾਨਾ ਕੀਤੇ ਜਾਣਗੇ। ਪੰਜਾਬ ਨੂੰ 3 ਜ਼ੋਨਾਂ ਮਾਝਾ, ਮਾਲਵਾ, ਦੁਆਬਾ ਚ ਵੰਡਿਆ ਜਾਵੇਗਾ। ਸਭ ਤੋਂ ਵੱਧ ਬੇਅਦਬੀਆਂ ਮਾਲਵੇ ਦੇ ਵਿੱਚ ਹੋ ਰਹੀਆਂ ਨੇ, ਇਸ ਕਰਕੇ ਮੁਹਿੰਮ ਮਾਲਵੇ ਤੋਂ ਹੀ ਸ਼ੁਰੂ ਕੀਤੀ ਜਾਏਗੀ। ਜਥਾ ਹਰੇਕ ਪਿੰਡ ਦੇ ਵਿੱਚ ਜਾਵੇਗਾ। ਜਿੱਥੇ ਵੀ ਜਥਾ ਜਾਵੇਗਾ ਉੱਥੇ ਗੁਰੂ ਘਰ ਦੇ ਵਿੱਚ ਜਾ ਕੇ, ਚਾਹੇ ਉਹ ਇਤਿਹਾਸਿਕ ਹੈ ਚਾਹੇ ਉਹ ਲੋਕਲ ਗੁਰਦੁਆਰਾ ਹੈ, ਉੱਥੇ ਜਾ ਕੇ ਗੁਰੂ ਘਰ ਦਾ ਪ੍ਰਬੰਧ ਦੇਖੇਗਾ। ਜੇ ਕਿਤੇ ਵੀ ਕੁਤਾਹੀ ਪਾਈ ਗਈ ਤਾਂ ਉੱਥੇ ਫਿਰ ਦਲ ਪੰਥ ਹੈ ਜਿਹੜਾ ਉਹ ਫੈਸਲਾ ਕਰੇਗਾ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਤਾ ਜਾ ਰਿਹਾ ਹੈ, ਜੇ ਪ੍ਰਬੰਧ ਸਹੀ ਨਹੀਂ ਤਾਂ ਉਥੋਂ ਗੁਰੂ ਸਾਹਿਬ ਦੇ ਸਰੂਪ ਲਿਜਾਏ ਵੀ ਜਾ ਸਕਦੇ ਨੇ ਜਾਂ ਫਿਰ ਉੱਥੇ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਪਹਿਰੇਦਾਰ ਨਿਯੁਕਤ ਕੀਤੇ ਜਾ ਸਕਦੇ ਨੇ। 2 ਜਥੇ ਹੋਣਗੇ, ਇੱਕ ਜਥੇ ਦੀ ਅਗਵਾਈ ਬਾਬਾ ਚੜਤ ਸਿੰਘ ਤੇ ਦੂਸਰੇ ਜਥੇ ਦੀ ਅਗਵਾਈ ਬਾਬਾ ਕੁਲਵਿੰਦਰ ਸਿੰਘ ਕਰਨਗੇ। ਨਿਹੰਗ ਸਿੰਘਾਂ ਨੇ ਸਾਫ਼ ਕਹਿ ਦਿੱਤਾ ਕਿ ਭਾਵੇਂ ਜਥਾ ਰਾਤ ਦੇ 12 ਵਜੇ ਜਾਵੇ, ਜੇ ਉਸ ਵੇਲੇ ਵੀ ਪਹਿਰੇਦਾਰ ਨਾ ਮਿਲਿਆ ਸਾਨੂੰ ਗੁਰੂ ਘਰ ਦੇ ਵਿੱਚ, ਤਾਂ ਸਾਰੇ ਪਿੰਡ ਨੂੰ ਉਸੇ ਵਕਤ ਇਕੱਠਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਸੀਂ ਆਪਣੇ ਨਾਲ ਲੈ ਜਾਵਾਂਗੇ। ਸਾਰੇ ਪੰਜਾਬ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਹੈ ਨਿਹੰਗ ਸਿੰਘਾਂ ਨੇ। ਇਸ ਮੌਕੇ ਇਹ ਵੀ ਸਖਤ ਐਲਾਨ ਕੀਤਾ ਗਿਆ ਹੈ ਕਿ ਜੇ ਗੁਰੂ ਘਰ ਦੇ ਵਿੱਚ ਮਰਿਆਦਾ ਸਹੀ ਤਰੀਕੇ ਦੇ ਨਾਲ ਨਾ ਹੋਈ ਜਾਂ ਫਿਰ ਜਿਹੜੇ ਵੀ ਗੁਰਦੁਆਰੇ ਦੇ ਵਿੱਚ ਬੇਅਦਬੀ ਕੀਤੀ ਹੋਈ ਮਿਲ ਗਈ ਜਾਂ ਕੋਈ ਕੁਤਾਹੀ ਮਿਲ ਗਈ, ਤਾਂ ਨਿਹੰਗ ਸਿੰਘ ਦਲ ਪੰਥ ਇਕੱਠਾ ਹੋ ਕੇ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਨੂੰ ਇਕੱਠਾ ਕਰਕੇ ਜਿਹੜਾ ਵੀ ਸੰਬੰਧਿਤ ਵਿਅਕਤੀ ਹੋਵੇਗਾ, ਚਾਹੇ ਉਹ ਗ੍ਰੰਥੀ ਕਿਉਂ ਨਾ ਹੋਵੇ, ਉਹਨੂੰ ਬੰਨ ਕੇ ਉਸਦੇ ਕੋਰੜੇ ਮਾਰੇ ਜਾਣਗੇ। ਜਿਵੇਂ ਪੁਰਾਤਨ ਸਮੇਂ ਦੇ ਵਿੱਚ ਸਜ਼ਾ ਦਿੱਤੀ ਜਾਂਦੀ ਸੀ, ਉਸੇ ਤਰ੍ਹਾਂ ਹੀ ਸਜ਼ਾ ਹੈਗੀ ਹੈ ਜਿਹੜੀ ਉਹ ਦਿੱਤੀ ਜਾਵੇਗੀ। ਇਹ ਵੀ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਹੈ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰੂ ਘਰ ਦੇ ਵਿੱਚ ਪਹਿਰੇਦਾਰ ਨਹੀਂ ਰੱਖ ਸਕਦੀ, ਉਹਨਾਂ ਤੋਂ ਲਿਖਤੀ ਰੂਪ ਦੇ ਵਿੱਚ ਲਿਆ ਜਾਵੇਗਾ ਕਿ ਉਹ ਰੱਖਣ ਦੇ ਯੋਗ ਨਹੀਂ ਹੈ, ਤਾਂ ਫਿਰ ਨਿਹੰਗਾਂ ਦਾ ਜਿਹੜਾ ਜਥਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਪ੍ਰਕਾਸ਼ ਕਰਕੇ ਉੱਥੇ ਆਵੇਗਾ। ਤੇ ਜੇ ਗੁਰੂ ਘਰ ਦੇ ਵਿੱਚ ਬੇਅਦਬੀ ਹੋ ਜਾਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ। ਇਹ ਨਿਹੰਗ ਸਿੰਘਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ। ਕਿਉਂਕਿ ਜ਼ਿਆਦਾ 101% ਲੋਕਾਂ ਦਾ ਇਹੀ ਸਮਰਥਨ ਹੈ ਵੀ ਨਿਹੰਗ ਸਿੰਘ ਜਥੇਬੰਦੀਆਂ ਸਿੰਘੂ ਬਾਰਡਰ ਤੇ ਕਿਸਾਨੀ ਸੰਘਰਸ਼ ਦੇ ਵਿੱਚ ਡਟ ਕੇ ਰਹਿਣ। ਜਿਹੜੇ ਅਸੀਂ 3 ਕਾਲੇ ਕਾਨੂੰਨ ਰੱਦ ਕਰਾਈਏ ਤੇ ਫਟਾਫਟ ਅਸੀਂ ਆਪਣੀ ਫਤਿਹ ਪ੍ਰਾਪਤ ਕਰੀਏ। ਇੱਥੇ ਜਿਹੜੀ ਕਮੇਟੀ ਕੋਈ ਗਠਨ ਨਹੀਂ ਹੈਗੀ, ਜੋ ਸੰਯੁਕਤ ਮੋਰਚਾ ਕਰ ਰਿਹਾ ਉਹ ਉਹਨਾਂ ਦਾ ਮਸਲਾ ਹੈ, ਕਿਉਂਕਿ ਲੀਡਰਾਂ ਤੱਕ ਉਹਨਾਂ ਨੇ ਪਹੁੰਚ ਕਰਨੀ, ਸਰਕਾਰ ਤੱਕ ਉਹਨਾਂ ਪਹੁੰਚ ਕਰਨੀ। ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ ਮਸਲਾ ਹੈ, ਨਿਹੰਗ ਸਿੰਘ ਜਥੇਬੰਦੀਆਂ ਨੇ ਇੱਕ ਪੰਥਕ ਦੀ ਧਿਰ ਸੀ। ਬਾਕੀ ਦੇਖੋ ਕਿਸਾਨ ਦੇ ਨਾਲ, ਕਿਸਾਨੀ ਸੰਘਰਸ਼ ਨਾਲ ਹਰ ਬੰਦਾ ਡਟਿਆ ਹੋਇਆ, ਕਿਉਂਕਿ ਜ਼ਮੀਨਾਂ ਵਾਲੇ ਸਾਰੇ ਜੇ ਨਿਹੰਗ ਸਿੰਘ ਕੋ ਵੀ ਜ਼ਮੀਨਾਂ ਹੈ, ਗੁਰੂ ਘਰ 'ਚ ਵੀ ਕਿਸਾਨੀ ਸੰਘਰਸ਼ ਸਾਰਿਆਂ ਦਾ ਠੰਡ ਸਾਂਝਾ ਹੈ, ਮਜ਼ਦੂਰਾਂ ਦਾ ਵੀ ਕਿਸਾਨਾਂ ਦਾ ਵੀ। ਇਸ ਕਰਕੇ ਜਿਹੜਾ ਕਿਸਾਨੀ ਸੰਘਰਸ਼ ਆ ਇਹਦੇ 'ਚ ਕੋਈ ਫੁੱਟ ਨਹੀਂ ਹੈਗੀ। ਜੇ ਕੋਈ ਕਹੇ ਨਹੀਂ ਅਸੀਂ ਸਾਰੇ ਕਿਸਾਨੀ ਸੰਘਰਸ਼ ਦੇ ਨਾਲ ਡਟ ਕੇ ਖੜੇ ਆ। 1-2 ਲੀਡਰ ਮਾੜੇ ਹੋ ਸਕਦੇ ਆ, ਜਿਹੜੇ ਮਾੜੇ ਲੀਡਰ ਆ ਅਸੀਂ ਉਹਨਾਂ ਦੀ ਨਿਖੇਧੀ ਕਰਦੇ ਆ। ਬਾਕੀ ਜਿਹੜੇ ਚੰਗੇ ਸਾਰੇ ਸੰਯੁਕਤ ਮੋਰਚੇ ਦੇ ਲੀਡਰ ਆ, ਅਸੀਂ ਉਹਨਾਂ ਦੇ ਨਾਲ ਡਟ ਕੇ ਪਹਿਲੋਂ ਵੀ ਖੜੇ ਸੀ, ਹੁਣ ਵੀ ਖੜਾਂਗੇ। ਕਿਸਾਨੀ ਸੰਘਰਸ਼ ਦੇ ਨਾਲ ਤਿਆਰ ਪਰ ਤਿਆਰ ਸਾਰੀ ਸੰਗਤ ਵੱਲੋਂ ਅਸੀਂ ਕਿਸਾਨੀ ਸੰਘਰਸ਼ ਦਾ ਬੜੇ ਜ਼ੋਰ ਸ਼ੋਰ ਤੇ ਸਮਰਥਨ ਕਰਦੇ ਆ ਕਿ ਅਸੀਂ ਤਾਂ ਕਾਲੇ ਕਾਨੂੰਨ ਰੱਦ ਕਰਾਈਏ। ਤੇ ਨਿਹੰਗ ਸਿੰਘਾਂ ਦੇ ਇਸ ਇਕੱਠ ਤੋਂ ਪਹਿਲਾਂ ਨਿਹੰਗ ਅਮਨ ਸਿੰਘ, ਜੋ ਕਿ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਹੋਈ ਬੈਠਕ ਤੋਂ ਬਾਅਦ ਕਾਫੀ ਵਿਵਾਦਾਂ ਦੇ ਵਿੱਚ ਨੇ, ਉਹਨਾਂ ਨੇ ਹੁਣ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਆਪਣੀ ਗ੍ਰਿਫਤਾਰੀ
देने का फैसला लिया है, पर नाल ही एक शर्त रख दी है कि जदों तक सरकार एक कानून नहीं बनाउंदी कि चाहे श्री गुरु ग्रंथ साहिब जी की बेअदबी होवे जां गीता दी, कुरान दी, बाइबल दी, किसी भी धार्मिक ग्रंथ की बेअदबी करने वाले दोषी नूं जदों तक फांसी की सज़ा का कानून नहीं बनाया जाता उदों तक मैं गिरफ्तारी नहीं देवांगा। जदों ही तुसीं लिखती रूप दे विच ये लिख के दे दिता कि कानून बन गया उदों ही मैनू गिरफ्तार कर लिओ, मैनू कोई दिक्कत नहीं है। निहंग अमन सिंह ने यह भी कहा कि लखबीर सिंह का कतल नहीं होया, उसनूं सौदा लाया गया। असीं सरकार नूं सारा कुछ स्पष्ट कर चुके हैं ते अपने सिंघां दी गिरफ्तारी भी दे चुके हैं, पर फिर भी सरकार इस मामले दे विच निरपक्ष जांच नहीं कर रही। इस दरम्यान शाम जे नूं ये भी खबरां मिलियां कि सिंघू बॉर्डर ते एक हिंदू संघर्ष कमेटी है जिहड़ी वो पहुंची, दावा किया कि लखबीर दा परिवार साडे नाल मौजूद है ਅਤੇ ਇੱਥੇ ਅਸੀਂ ਜਿੱਥੇ ਲਖਬੀਰ ਨੂੰ ਸੌਦਾ ਲਾਇਆ ਸੀ, ਜਿੱਥੇ ਉਹਨੂੰ ਕਤਲ ਕੀਤਾ ਸੀ, ਉਸੇ ਥਾਂ ਤੇ ਅਸੀਂ ਹਵਨ ਕਰਨਾ ਚਾਹੁੰਦੇ ਹਾਂ। ਤਾਂ ਇੱਥੇ ਪੁਲਿਸ ਦੀ ਇਹਨਾਂ ਲੋਕਾਂ ਦੇ ਨਾਲ ਝੜਪ ਵੀ ਹੋ ਗਈ। ਹਾਲਾਂਕਿ ਜਿਹੜੇ ਉੱਥੇ ਮੌਜੂਦ ਕਿਸਾਨ ਨੇ ਜਾਂ ਫਿਰ ਪੱਤਰਕਾਰ ਭਾਈਚਾਰੇ ਦੇ ਲੋਕ ਨੇ ਉਹ ਇਹੀ ਕਹਿ ਰਹੇ ਨੇ सिर्फ ते सिर्फ माहौल खराब करने के लिए ये हिंदू जिहड़ी जथेबंदी है उहदे वल्लों अजिही कार्रवाई की जा रही है। परिवार भी उत्थे दिखाई नहीं दे रहा। एक साडे पत्रकार साथी ने दावा किया कि लखबीर सिंह दी भैण राज कौर तां अपने पिंड दे विच है, ये पता नहीं किहड़े परिवार की गल कर रहे ने। सो उत्थे हालात ने जिहड़े काबू हेठ भी कर ले गए। पंजाब दे मुख्यमंत्री चरणजीत सिंह चन्नी ने विधान सभा का विशेष सैशन 8 नवंबर नूं बुलाउण दा ऐलान कर दिता है। इस विशेष सैशन दे विच 3 खेती कानूनां समेत कई अहम मुद्दों ते चर्चा की जाएगी। चन्नी ने कहा कि केंद्र नूं BSF बारे कीता फैसला वापस लेना चाहिए है ते पंजाब सरकार दे वल्लों जिहड़ा यह स्पैशल सैशन बुलाया जा रहा है उस दा कांग्रेस के प्रधान नवजोत सिंह सिद्धू ने स्वागत किया है। कहा कि यह सैशन पंजाब के लोगों के हो चुके नुकसान की भरपाई का यतन करेगा। बिजली खरीद समझौते रद्द करना, घरेलू खपतकारां लई बिजली सस्ती करन वास्ते टैरिफ दरां ते फैसला, खेती कानूनां नूं रद्द करना, पंजाब ते BSF का कब्जा होण तो रोकण लई विधान सभा की संविधानिक ताकत नूं वरतना इस यतन का हिस्सा होवेगा। यानी कि इस सैशन तो कांग्रेस नूं तां काफी उम्मीदां ने, पर बाकी पार्टियां इस ते की रिएक्ट करदियां ने वो भी सामने आ जाऊगा। संयुक्त किसान मोर्चे ने जानकारी दी है कि 26 अक्तूबर नूं जिहड़ा सी देश व्यापी रोस मुजाहरे कीते सी उस दे विच पूरी सफलता मिली है, मुकम्मल सफलता मिली है ते किसानां दा संघर्ष इतिहासिक 12वें महीने दे विच दाखिल हो गया है। यह महीना लंघण तो बाद 26 नवंबर नूं पूरा 1 साल हो जाएगा दिल्ली बैठिया नूं। किसानां ने कहा कि जिहड़ा 26 अक्तूबर नूं साडे रोस मुजाहरिਆਂ नूं जिहड़ा समर्थन मिलिया है उस तो सिद्ध हुंदा है कि किसान संघर्ष है जिहड़ा वो अपने पूरे रोह दे नाल अगे वध रहा है। दूसरा निखेधी की है मोर्चे दे किसान लीडरां ने कि जिहड़ा लखीमपुर खीरी कतलकांड दे विच किसानां ने हुण माफ करना पुलिस ने हुण 2 किसानां नूं भी गिरफ्तार कर लिया है। बीजेपी वर्करां दे कतल दे दोष दे विच मोर्चे ने इस गिरफ्तारी की निखेधी की है। उन्होंने कहा जिहड़ी काउंटर FIR दर्ज की सी उस मसले दे विच हुण 2 किसान तां गिरफ्तार कर लए ने, पता नहीं किन्नियां नूं जिहड़ी UP दी पुलिस है वो घड़ीसेगी। मोर्चे ने इन्हां दोवें किसानां दी तुरंत रिहाई दी मंग की है। भारत के प्रधानमंत्री नरेंद्र मोदी ग्लासगो दे विच पहुंच रहे ने। 30 अक्तूबर नूं जॉर्ज स्क्वायर ग्लासगो दे विच पहुंचणगे। उन्होंने COP26 मीट दे विच हिस्सा लेना है तां इत्थे प्रधानमंत्री नरेंद्र मोदी दे विरोध दा ऐलान किया है। इंडियन डायस्पोरा दे वल्लों ये ऐलान है जिहड़ा कीता गया है कि असीं किसानां दे संघर्ष की हमायत दे विच प्रधानमंत्री दा इत्थे जोरदार विरोध करांगे। किसान लीडर गुरनाम सिंह चड़ूनी ने भी 2 किसानां की गिरफ्तारी ते अपना प्रतिक्रम दिता है। कहा कि मुख दोषी अजय मिश्रा टेनी नूं गिरफ्तार करने की बजाय बीजेपी साडे किसानां नूं ही गिरफ्तार कर रही है, बीजेपी वर्करां दे कतल दे दोष ला रही है। चड़ूनी ने मोर्चे नूं अपील भी की कि इस मामले विच तुरंत मीटिंग करके कोई एक्शन लवे, पर मोर्चे ने जिहड़ा एक्शन लिया वो यही है कि मंग की है कि UP पुलिस है जिहड़ी ओह किसानां नूं तुरंत रिहा कर देवे। जिवें UP पुलिस मोर्चे की मंग मन के तुरंत रिहा कर देवेगी, कोई एक्शन है जिहड़ा ओह नहीं लिया गया। चड़ूनी ने कहा सी कि तुरंत एक्शन लो, कोई ना कोई सख्त जिहड़ी कार्रवाई है ओह कीती जानी चाहिदी है ताकि साडे किसान जिहड़े 2 गिरफ्तार कीते ने ओह रिहा होण। नाल ही चड़ूनी ने UP सरकार नूं प्रशासन नूं चेतावनी भी दित्ती है कि इस मामले नूं तुसीं हल्के विच ना लवो। ते चड़ूनी ने UP दे किसानां नूं अपील भी की है कि जिहड़े भी पिंड विच हुण पुलिस किसानां नूं गिरफ्तार करन लई पहुंचदी है तां ओह सारे इकट्ठे हो जाण अते गिरफ्तार करना ही पुलिस दा ही घिराव कर लैण। साथियों नमस्कार। साथियों, अति दुखद है कि लखीमपुर कांड में जिसमें 5 किसानों का कत्ल कर दिया गया था उसमें सबसे बड़े दोषी मंत्री को गिरफ्तार करने की बजाय
हमारे किसानों को गिरफ्तार कर लिया गया है और इल्ज़ाम लगाया गया है कि उन्होंने बीजेपी कार्यकर्ताओं की हत्या कर दी। साथियों, क्या अगर वो लोग किसानों को कुचलते, गाड़ी किसानों के ऊपर ना चढ़ाते, तो क्या किसान उनका कत्ल करने के लिए जा रहे थे? और क्या अपने बचने के लिए हाथ बांध के किसान गाड़ी के आगे कूदें? बड़ा सवाल है कि ये सरकारी गुंडागर्दी है और अभी तक इस पे कोई एक्शन नहीं हुआ है। ये उससे भी जो है वो अच्छा संदेश नहीं है। तो एक तो हमारी अनुरोध है संयुक्त किसान मोर्चे से कि इस पे तुरंत मीटिंग करें। मैंने रात से मैसेज डाला हुआ है, तुरंत मीटिंग करके इस पे एक्शन लें। दूसरा, उत्तर प्रदेश सरकार को चेतावनी है कि उत्तर प्रदेश सरकार हल्के में ना ले। जिन किसानों को गिरफ्तार किया गया है उनको तुरंत छोड़ दे और किसानों को जो गिरफ्तार करने की तैयारी कर रही है उत्तर प्रदेश सरकार, उनको तुरंत बंद करे, तुरंत रोक लगाए उनके ऊपर। एक पासे पंजाब दी कांग्रेस सरकार अपने आप ਨੂੰ ਕਿਸਾਨਾਂ ਦਾ ਹਮਾਇਤੀ ਦੱਸ ਰਹੀ ਹੈ, ਪਰ ਦੂਸਰੇ ਪਾਸੇ ਚੰਨੀ ਸਰਕਾਰ ਹੀ ਕਿਸਾਨਾਂ ਨੂੰ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਹੈ। ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਲਵਈਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਵਿੱਚ ਨੇ। ਸਰਕਾਰ ਨੇ 4 ਜ਼ਿਲ੍ਹਿਆਂ ਦੇ ਪਟਵਾਰੀਆਂ ਦੇ ਵੱਲੋਂ ਨਰਮੇ ਨੂੰ ਪਹੁੰਚੇ ਨੁਕਸਾਨ ਦੀ ਤਿਆਰ ਕੀਤੀ ਰਿਪੋਰਟ ਮੁੜ ਨਕਾਰ ਦਿੱਤੀ ਹੈ, ਜਿਹਦੇ ਨਾਲ 5 ਲੱਖ ਏਕੜ ਫਸਲ ਦੇ ਮਾਲਕ ਮੁਆਵਜ਼ਾ ਲੈਣ ਤੋਂ ਵਾਂਝੇ ਰਹਿ ਜਾਣਗੇ। ਪੰਜਾਬ ਸਰਕਾਰ ਦੇ ਵੱਲੋਂ 4 ਜ਼ਿਲ੍ਹਿਆਂ ਦੇ ਵਿੱਚ 2.25 ਲੱਖ ਏਕੜ ਦਾ ਮੁਆਵਜ਼ਾ ਹੀ ਦਿੱਤਾ ਜਾਏਗਾ। ਸਰਕਾਰ ਨੇ ਪਟਵਾਰੀਆਂ ਦੀ ਰਿਪੋਰਟ ਨੂੰ ਲਾਂਭੇ ਰੱਖ ਕੇ ਰਿਮੋਟ ਸੈਂਸਰ ਮੈਪਿੰਗ ਮੁਤਾਬਿਕ ਤਿਆਰ ਕੀਤੀ ਰਿਪੋਰਟ ਨੂੰ ਆਧਾਰ ਮੰਨ ਕੇ ਮੁਆਵਜ਼ਾ ਦੇਣ ਦਾ ਫੈਸਲਾ ਲਿਆ ਹੈ ਤੇ ਅਗਲੇ ਦਿਨ ਇਸ ਦਾ ਐਲਾਨ ਕੀਤਾ ਜਾਵੇਗਾ। ਤੇ ਇਹ ਵੀ ਖਬਰ ਮਿਲੀ ਹੈ ਕਿ ਜਿਹੜਾ ਮੁਆਵਜ਼ਾ ਹੈ ਉਸ ਦੀ ਰਕਮ ਹੈ ਉਹ 12,000 ਤੋਂ ਵੱਧ ਨਹੀਂ ਹੋਵੇਗੀ, ਜਦਕਿ ਕਿਸਾਨ 50,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗ ਰਹੇ ਨੇ। ਨਰਮਾ ਪੱਟੀ ਦੇ 4 ਜ਼ਿਲ੍ਹਿਆਂ ਦੇ ਪਟਵਾਰੀਆਂ ਨੇ ਸਰਕਾਰ ਨੂੰ ਜਿਹੜੀ ਰਿਪੋਰਟ ਸੌਂਪੀ ਸੀ ਉਹਦੇ ਵਿੱਚ 7,53,000 ਦੇ ਲਗਭਗ ਏਕੜ ਦੀ ਫਸਲ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਪੰਜਾਬ ਸਰਕਾਰ ਰਿਮੋਟ ਸੈਂਸਰ ਮੈਪਿੰਗ ਦੀ ਰਿਪੋਰਟ ਨੂੰ ਸਹੀ ਮੰਨ ਕੇ ਸਿਰਫ 2,24,000 ਏਕੜ ਨੂੰ ਹੀ ਮੰਨ ਰਹੀ ਹੈ। ਇਸ ਹਿਸਾਬ ਨਾਲ 5 ਲੱਖ ਏਕੜ ਤੋਂ ਵੱਧ ਦੇ ਮਾਲਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ, ਜਿਹੜਾ ਕਿ ਮਾਲਵੇ ਦੇ ਕਿਸਾਨਾਂ ਦੇ ਲਈ ਵੱਡਾ ਝਟਕਾ ਹੋਵੇਗਾ। ਨਰਮਾ ਪੱਟੀ ਦੇ ਬਠਿੰਡਾ, ਫਾਜ਼ਿਲਕਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ। ਇੱਥੇ 75 ਤੋਂ ਲੈ ਕੇ 100% ਤੱਕ ਨਰਮੇ ਦਾ ਨੁਕਸਾਨ ਹੋਇਆ ਹੈ, ਪਰ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਸਿਰਫ 30% ਕਿਸਾਨਾਂ ਦਾ ਹੀ ਨੁਕਸਾਨ ਹੋਇਆ ਹੈ। ਤੇ ਜਦੋਂ ਨਰਮੇ ਨੂੰ ਗੁਲਾਬੀ ਸੁੰਡੀ ਖਾਣ ਲੱਗੀ ਸੀ, ਕਿਸਾਨਾਂ ਨੇ ਰੌਲਾ ਰੱਪਾ ਪਾਇਆ, ਤਾਂ ਮਹੀਨੇ ਬਾਅਦ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਗਏ ਸੀ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚੇ ਸੀ ਤੇ ਉਸ ਵੇਲੇ ਹੀ ਦਾਅਵਾ ਕੀਤਾ ਸੀ ਕਿ ਅਸੀਂ ਮੁਆਵਜ਼ਾ ਦੇਵਾਂਗੇ, ਢੁਕਵਾਂ ਦੇਵਾਂਗੇ, ਦੀਵਾਲੀ ਤੋਂ ਪਹਿਲਾਂ ਦੇਵਾਂਗੇ। ਤੇ ਕਿਸਾਨ ਦੂਸਰੇ ਪਾਸੇ ਵਿਰੋਧ ਕਰ ਰਹੇ ਨੇ। ਬਠਿੰਡਾ ਜ਼ਿਲ੍ਹੇ ਦੇ ਵਿੱਚ 2 ਥਾਵਾਂ ਤੇ ਬਾਦਲ ਪਿੰਡ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਤੇ ਬਠਿੰਡੇ ਦੇ ਵਿੱਚ ਵੀ ਜਿਹੜਾ ਪੱਕਾ ਮੋਰਚਾ ਲਾਇਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਜਿਹੜਾ ਰਸਮੀ ਐਲਾਨ ਕੀਤਾ ਗਿਆ ਹੈ, ਉਸ ਤੋਂ ਬਾਅਦ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੁਝ ਨਾ ਬੋਲਣ ਇਹ ਹੋ ਨਹੀਂ ਸਕਦਾ ਹੈਗਾ। ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ ਤੇ ਬੀਜੇਪੀ ਦਾ ਅਟੁੱਟ ਹਿੱਸਾ ਬਣ ਚੁੱਕੇ ਨੇ। ਗੈਰ ਰਸਮੀ ਤੌਰ ਅਤੇ ਅੰਦਰ ਖਾਤੇ ਤਾਂ ਉਹ ਬਹੁਤ ਪਹਿਲਾਂ ਹੀ ਕਹਿੰਦੇ ਬੀਜੇਪੀ ਦੇ ਨਾਲ ਰਲੇ ਹੋਏ ਸੀ, ਪਰ ਹੁਣ ਨਵੀਂ ਪਾਰਟੀ ਬਣਾਉਣ ਅਤੇ ਬੀਜੇਪੀ ਦੇ ਨਾਲ ਸੀਟਾਂ ਦਾ ਸਮਝੌਤਾ ਕਰਨ ਦਾ ਐਲਾਨ ਕਰਕੇ ਕੈਪਟਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮੈਂ ਬੀਜੇਪੀ ਦਾ ਅਟੁੱਟ ਅੰਗ ਹਾਂ। ਰੰਧਾਵਾ ਨੇ ਕਿਹਾ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਅਮਰਿੰਦਰ ਨੇ ਨਾ ਸਿਰਫ ਕਾਂਗਰਸ ਪਾਰਟੀ ਸਗੋਂ ਪਿਛਲੇ 11 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸਾਰੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਿਹੜਾ ਬੀਜੇਪੀ ਮੈਂਬਰਾਂ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖਿਲਾਫ ਡਾਂਗਾ ਚੁੱਕਣ ਦਾ ਬਿਆਨ ਦਿੱਤਾ ਸੀ, ਉਸ ਤੇ ਕੇਸ ਦਰਜ ਕਰਨ ਲਈ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਹੈ। ਐਡਵੋਕੇਟ ਅਮਿਤ ਸਾਨੀ ਦੇ ਵੱਲੋਂ ਦਾਇਰ ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਗਿਆ ਕਿ ਮੁੱਖ ਮੰਤਰੀ ਖੱਟਰ ਦਾ ਬਿਆਨ ਉਕਸਾਊ ਹੈ, ਉਹਨਾਂ ਦੇ ਖਿਲਾਫ ਬਿਨਾਂ ਦੇਰੀ ਤੋਂ ਕੇਸ ਦਰਜ ਕੀਤਾ ਜਾਵੇ। ਹਾਲਾਂਕਿ ਅਜਿਹਾ ਬਿਆਨ ਦੇਣ ਤੋਂ ਬਾਅਦ ਮੁੱਖ ਮੰਤਰੀ ਖੱਟਰ ਕਿਸਾਨਾਂ ਤੋਂ ਮਾਫੀ ਵੀ ਮੰਗ ਚੁੱਕੇ ਨੇ, ਆਪਣਾ ਬਿਆਨ ਵਾਪਸ ਵੀ ਲੈ ਚੁੱਕੇ ਨੇ ਤੇ ਹੁਣ ਕਈ ਦਿਨਾਂ ਬਾਅਦ ਇਹ ਅਦਾਲਤ ਦੇ ਵਿੱਚ ਮਾਮਲਾ ਪਹੁੰਚਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 2 ਦਿਨਾਂ ਦੌਰੇ ਤੇ ਮੁੜ ਪੰਜਾਬ ਪਹੁੰਚ ਰਹੇ ਨੇ। 28 ਤੇ 29 ਅਕਤੂਬਰ ਨੂੰ ਪੰਜਾਬ ਦੇ ਵਿੱਚ ਰਹਿਣਗੇ। ਪੰਜਾਬ ਮਾਮਲੇ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਕਿਸਾਨ ਤੇ ਵਪਾਰੀ ਪਰੇਸ਼ਾਨ ਨੇ, ਇਸ ਕਰਕੇ ਜਿਹੜੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈਗੇ ਨੇ ਉਹ ਪੰਜਾਬ ਦੌਰੇ
ਦੌਰੇ ਤੇ ਆਉਣਗੇ, ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਅਤੇ 29 ਅਕਤੂਬਰ ਨੂੰ ਬਠਿੰਡਾ ਦੇ ਵਿੱਚ ਵਪਾਰੀਆਂ ਦੇ ਰੂਬਰੂ ਹੋਣਗੇ ਤੇ 28 ਅਕਤੂਬਰ ਨੂੰ ਮਾਨਸਾ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ। ਤੇ ਸਾਨੂੰ ਸੂਤਰਾਂ ਦੇ ਮੁਤਾਬਿਕ ਇਹ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਉਹ ਆਮ ਕਿਸਾਨ ਨਹੀਂ ਹੈਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਕਿਸਾਨਾਂ ਨੂੰ ਹੀ ਇਜਾਜ਼ਤ ਮਿਲੇਗੀ ਜਿਨ੍ਹਾਂ ਦੇ ਪਹਿਲਾਂ ਪਾਸ ਬਣੇ ਹੋਣਗੇ ਤੇ ਕਿਸਾਨ ਉਹੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ। ਇਹ ਜਾਣਕਾਰੀ ਸਾਨੂੰ ਮਿਲੀ ਹੈ। ਹੁਣ ਦੇਖਦੇ ਹਾਂ ਕਿ 28 ਅਕਤੂਬਰ ਨੂੰ ਕੀ ਹੁੰਦਾ ਹੈ, ਮਾਨਸਾ ਦੇ ਵਿੱਚ ਕਿਹੜੇ ਕਿਸਾਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਜਿਹੜਾ ਹੈਗਾ ਉਹ ਗੱਲਬਾਤ ਕਰਦੇ ਨੇ, ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਕਿਸਾਨ ਸਵਾਲ ਕਰਦੇ ਨੇ। ਦਿੱਲੀ ਦੇ ਵਿੱਚ ਵੀ ਕਿਸਾਨ ਆਮ ਆਦਮੀ ਪਾਰਟੀ ਨੂੰ ਸਵਾਲ ਕਰਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਦੋਂ 26 ਨਵੰਬਰ ਨੂੰ ਕਿਸਾਨ ਦਿੱਲੀ ਪਹੁੰਚੇ ਸੀ ਤਾਂ ਉਸ ਤੋਂ ਪਹਿਲਾਂ 23 ਨਵੰਬਰ ਨੂੰ ਇੱਕ ਕਾਨੂੰਨ ਹੈ ਜਿਹੜਾ ਉਸ ਨੂੰ ਲਾਗੂ ਵੀ ਕਰ ਚੁੱਕੇ ਸੀ। ਇਸ ਕਰਕੇ ਕਿਸਾਨ ਸਾਰੀਆਂ ਪਾਰਟੀਆਂ ਦਾ ਹੀ ਵਿਰੋਧ ਕਰ ਰਹੇ ਨੇ। ਕਾਂਗਰਸ ਦੇ ਵੱਲੋਂ ਹੁਣ ਆਪਣੀ ਪਾਰਟੀ ਦੇ ਵਰਕਰਾਂ ਦੇ ਲਈ ਇੱਕ ਨਵੀਂ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ। ਸ਼ਰਤ ਉਹਦੇ ਵਿੱਚ ਰੱਖੀ ਹੈ, ਮੈਂ ਸ਼ਰਾਬ ਨਹੀਂ ਪੀਂਦਾ। ਮੈਂ ਸ਼ਰਾਬ ਨਹੀਂ ਪੀਂਦਾ ਜਾਂ ਫਿਰ ਮੈਂ ਸ਼ਰਾਬ ਨਹੀਂ ਪੀਂਦੀ। ਇਹ ਭਰਤੀ ਮੁਹਿੰਮ 1 ਨਵੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਦਰਅਸਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਸੀ, ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ। ਉਹਦੇ ਵਿੱਚ ਰਾਹੁਲ ਗਾਂਧੀ ਨੇ ਇੱਕਦਮ ਜਦੋਂ ਸਵਾਲ ਕੀਤਾ ਕਿ ਇੱਥੇ ਪਾਰਟੀ ਦੇ ਵਿੱਚ ਕੌਣ-ਕੌਣ ਸ਼ਰਾਬ ਪੀਂਦਾ ਹੈ, ਰਾਹੁਲ ਗਾਂਧੀ ਦੇ ਇਸ ਸਵਾਲ ਤੋਂ ਸਾਰੇ ਜਿਹੜੇ ਮੈਂਬਰ ਸੀਗੇ ਵਰਕਿੰਗ ਕਮੇਟੀ ਦੇ ਉਹ ਹੱਕੇ ਬੱਕੇ ਰਹਿ ਗਏ ਸੀ। ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਤਾ ਕਿ ਮੇਰੇ ਸੂਬੇ ਦੇ ਵਿੱਚ ਤਾਂ ਸਾਡੇ ਵਰਕਰ ਬਹੁਤ ਦਾਰੂ ਪੀਂਦੇ ਨੇ। ਅਸਲ ਦੇ ਵਿੱਚ ਕਾਂਗਰਸ ਨੂੰ ਆਪਣੀ ਮੈਂਬਰਸ਼ਿਪ ਦੇ ਲਈ ਇਹ ਨਿਯਮ ਬਦਲਣ ਦੀ ਲੋੜ ਹੈ ਤੇ ਨਿਯਮ ਕਾਂਗਰਸ ਵਰਕਿੰਗ ਕਮੇਟੀ ਹੀ ਬਦਲ ਸਕਦੀ ਹੈ। ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਇਹ ਫੈਸਲਾ ਲਿਆ ਹੈ ਕਿ ਨਵੀਂ ਭਰਤੀ ਮੁਹਿੰਮ ਹੈ ਜਿਹੜੀ ਉਹ ਸ਼ੁਰੂ ਹੋਵੇਗੀ। ਸੋ ਜਾਣਕਾਰੀ ਤਾਂ ਇਹੀ ਮਿਲ ਰਹੀ ਹੈ ਕਿ ਕਾਂਗਰਸ ਹੁਣ ਨਵਾਂ ਨਿਯਮ ਬਣਾਉਣ ਜਾ ਰਹੀ ਹੈ ਕਿ ਜਿਹਨੇ ਵੀ ਕਾਂਗਰਸ ਦਾ ਮੈਂਬਰ ਬਣਨਾ ਹੈ ਉਹ ਦਾਰੂ ਨਹੀਂ ਪੀਂਦਾ ਹੋਣਾ ਚਾਹੀਦਾ, ਚਾਹੇ ਉਹ ਆਦਮੀ ਹੋਵੇ ਚਾਹੇ ਔਰਤ ਹੋਵੇ। ਹਾਲਾਂਕਿ ਜਿਹੜੀ ਮੀਟਿੰਗ ਹੋਈ ਹੈ 26 ਅਕਤੂਬਰ ਨੂੰ ਉਹਦੇ ਵਿੱਚ ਇਸ ਬਾਰੇ ਕੋਈ ਜਿਹੜਾ ਫਾਈਨਲ ਫੈਸਲਾ ਤਾਂ ਨਹੀਂ ਹੋਇਆ ਹੈ, ਪਰ ਜਿਹੜਾ ਭਰਤੀ ਫਾਰਮ ਹੈ ਵਰਕਰਾਂ ਦੀ ਭਰਤੀ ਦਾ ਉਹਦੇ ਤੇ ਇਹ ਲਿਖ ਦਿੱਤਾ ਗਿਆ ਕਿ ਮੈਂ ਸ਼ਰਾਬ ਨਹੀਂ ਪੀਂਦਾ, ਨਹੀਂ ਪੀਂਦੀ। ਬਠਿੰਡਾ ਸ਼ਹਿਰ ਦੇ ਵਿੱਚ ਨਰਮਾ ਪੱਟੀ ਵਾਲੇ ਕਿਸਾਨਾਂ ਨੇ ਜਿਹੜਾ ਮੋਰਚਾ ਸ਼ੁਰੂ ਕੀਤਾ ਹੈ ਮੁਆਵਜ਼ਾ ਲੈਣ ਦੀ ਖਾਤਰ ਉਹ ਤੀਸਰੇ ਦਿਨ ਦੇ ਵਿੱਚ ਪਹੁੰਚ ਗਿਆ ਅਤੇ ਹੁਣ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਯਾਨੀ ਕਿ ਚੰਨੀ ਸਰਕਾਰ ਦੇ ਮਸ਼ਹੂਰੀ ਲੱਗੇ ਜਿਹੜੇ ਹੋਰਡਿੰਗ ਨੇ ਉਹਨਾਂ ਤੇ ਕਾਲਖ ਮਲਣੀ ਸ਼ੁਰੂ ਕਰ ਦਿੱਤੀ ਹੈ। ਕਈ ਥਾਂ ਤੇ ਲੱਗੇ ਹੋਰਡਿੰਗਸ ਨੂੰ ਕਿਸਾਨਾਂ ਨੇ ਫਾੜ ਵੀ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ, ਉਲਟਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸਾਨਾਂ ਦੇ ਨਾਲ ਹੋਰਡਿੰਗ ਲਾ ਕੇ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਹੇ ਨੇ। ਅਸੀਂ ਫੋਕੀ ਸਿਆਸਤ ਨਹੀਂ ਕਰਨ ਦਿਆਂਗੇ। ਕਿਸਾਨ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨਿਰਾਸ਼ ਹੋਣੇ ਸ਼ੁਰੂ ਹੋ ਗਏ ਨੇ, ਪਰ ਪੰਜਾਬ ਦੇ ਛੋਟੇ ਦੁਕਾਨਦਾਰਾਂ ਤੇ ਵਪਾਰੀ ਵਰਗ ਦੇ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਹਨਾਂ ਨੂੰ ਇੰਸਪੈਕਟਰੀ ਰਾਜ ਤੋਂ ਰਾਹਤ ਦਿੱਤੀ ਜਾਵੇਗੀ। ਵੈਟ ਦੇ 40,000 ਕੇਸਾਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਸਰਕਾਰ ਨੇ। 8,000 ਕੇਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਟੈਕਸ ਵਪਾਰੀਆਂ ਦੇ ਸਿਰ ਹੈ ਉਹਨਾਂ ਨੂੰ ਵਨ ਟਾਈਮ ਸੈਟਲਮੈਂਟ ਦਾ ਮੌਕਾ ਵੀ ਦਿੱਤਾ ਗਿਆ ਹੈ। ਡੀਜ਼ਲ ਤੇ ਪੈਟਰੋਲ ਦੇ ਭਾਅ ਦੇ ਵਿੱਚ ਫਿਰ ਵਾਧਾ ਹੋਇਆ ਹੈ। ਦੋਵਾਂ ਦੇ ਵਿੱਚ 35 ਪੈਸੇ ਪ੍ਰਤੀ ਲੀਟਰ ਜਿਹੜਾ ਵਾਧਾ ਕਰ ਦਿੱਤਾ ਗਿਆ ਹੈ ਤੇ ਦਿੱਲੀ ਦੇ ਵਿੱਚ ਹੁਣ ਪੈਟਰੋਲ ਹੈ ਜਿਹੜਾ 107 ਰੁਪਏ 94 ਪੈਸੇ ਅਤੇ ਡੀਜ਼ਲ 96 ਰੁਪਏ 67 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। ਤੇ ਇਸੇ ਤਰੀਕੇ ਦੇ ਨਾਲ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਜਿੱਥੇ ਤੁਹਾਡੇ ਇਲਾਕੇ ਵਿੱਚ ਜਿਹੜਾ ਰੇਟ ਹੈ ਉਹਦੇ ਵਿੱਚ ਹੁਣ ਤੁਸੀਂ 35 ਪੈਸੇ ਪ੍ਰਤੀ ਲੀਟਰ ਜੋੜ ਸਕਦੇ ਹੋ। ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ IDH ਮਾਰਕੀਟ ਦੇ ਵਿੱਚ ਅੱਗ ਲੱਗ ਗਈ। 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਦੁਕਾਨ ਖਿਡੌਣਿਆਂ ਦੀ ਸੀ ਤੇ ਅੱਗ ਬੇਸਮੈਂਟ ਦੇ ਵਿੱਚ ਲੱਗੀ। ਪਲਾਸਟਿਕ ਦੀਆਂ ਚੀਜ਼ਾਂ ਜ਼ਿਆਦਾ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਦੇ ਵਿੱਚ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਤੇ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ ਤੇ ਅੱਗਜ਼ਨੀ ਦੀ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਹੁਸ਼ਿਆਰਪੁਰ ਦੇ ਲੋਕਾਂ ਦੇ ਲਈ ਜ਼ਰੂਰੀ ਖਬਰ ਹੈ ਕਿ ਤੁਹਾਡੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਨੇ। ਤੁਸੀਂ ਇਹਨਾਂ ਹੁਕਮਾਂ ਦੀ ਕਾਪੀ ਹੈ ਜਿਹੜੀ ਉਹ ਜ਼ਿਲ੍ਹੇ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਹੋ ਤੇ ਜਿਹੜਾ ਮੁੱਖ ਹੁਕਮ ਹੈ ਜਿਹੜੀ ਮੁੱਖ ਪਾਬੰਦੀ ਹੈ ਉਹ ਲਾਈ ਗਈ ਹੈ ਉਹ ਹੁਸ਼ਿਆਰਪੁਰ ਦੀ ਹੱਦ ਦੇ ਅੰਦਰ ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ ਤੇ ਲਾਈ ਗਈ ਪਾਬੰਦੀ ਹੈ। ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਗੈਰ ਕਾਨੂੰਨੀ ਹੁੱਕਾ ਬਾਰ ਨਹੀਂ ਚੱਲ ਸਕਦਾ। 23 ਦਸੰਬਰ 2021 ਤੱਕ ਇਹ ਹੁਕਮ ਲਾਗੂ ਰਹਿਣਗੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਾਬੰਦੀਆਂ ਲਾਈਆਂ ਗਈਆਂ ਨੇ ਜਿਹੜੀਆਂ ਕਿ ਤੁਸੀਂ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਪੰਜਾਬ ਦੇ ਵਿੱਚ ਖੇਲੋ ਇੰਡੀਆ ਯੂਥ ਗੇਮਸ ਦੇ ਲਈ ਖੇਡ ਵਿਭਾਗ ਪੰਜਾਬ ਦੇ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ ਦੇ ਲਈ ਟ੍ਰਾਇਲ 30 ਅਕਤੂਬਰ ਨੂੰ ਸਵੇਰੇ 11 ਵਜੇ ਲਏ ਜਾਣਗੇ। ਖੇਡ ਮੰਤਰੀ ਪ੍ਰਗਟ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਖੇਲੋ ਇੰਡੀਆ ਯੂਥ ਗੇਮਸ ਅੰਡਰ 18 ਹਰਿਆਣਾ ਦੇ ਵਿੱਚ ਅਗਲੇ ਸਾਲ 5 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾਣਗੀਆਂ। ਜਿਹੜੇ ਵੀ ਖਿਡਾਰੀ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ 30 ਅਕਤੂਬਰ ਨੂੰ ਕਬੱਡੀ ਤੇ ਬਾਸਕਟਬਾਲ ਦੇ ਲੜਕੇ ਲੜਕੀਆਂ ਨੇ ਜਿਹੜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਵਿੱਚ ਪਹੁੰਚ ਜਾਣ। ਹਾਕੀ ਦੇ ਟ੍ਰਾਇਲ ਨੇ ਜਿਹੜੇ ਉਹ ਜਲੰਧਰ ਦੇ ਵਿੱਚ ਹੋਣਗੇ। ਖੋ-ਖੋ ਦੇ ਟ੍ਰਾਇਲ ਪੋਲੋ ਗਰਾਊਂਡ ਪਟਿਆਲਾ ਤੇ ਹੈਂਡਬਾਲ ਦੇ ਟ੍ਰਾਇਲ PAU ਲੁਧਿਆਣਾ ਦੇ ਵਿੱਚ ਹੋਣਗੇ। ਸਵੇਰੇ 11 ਵਜੇ ਤੱਕ ਤੁਸੀਂ ਪਹੁੰਚ ਜਾਣੇ ਚਾਹੀਦੇ ਹੋ। T20 ਵਰਲਡ ਕੱਪ ਦੇ ਨਾਲ ਜੁੜੀ ਹੋਈ ਖਬਰ ਹੈ। ਪਾਕਿਸਤਾਨ ਨੇ ਆਪਣੇ ਦੂਸਰੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਵੀ ਹਰਾ ਦਿੱਤਾ। ਪਹਿਲੇ ਮੈਚ ਦੇ ਵਿੱਚ ਭਾਰਤ ਨੂੰ ਕਰਾਰੀ ਹਾਰ ਦਿੱਤੀ ਸੀ। ਉਸ ਤੋਂ ਬਾਅਦ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਵੀ ਇਹ ਮੈਚ ਜਿੱਤ ਲਿਆ ਹੈ। ਅਮਰੀਕਾ ਦੇ ਵਿੱਚ CRS ਦੀ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਹਥਿਆਰਾਂ ਤੇ ਸਾਜ਼ੋ ਸਮਾਨ ਤੋਂ ਬਿਨਾਂ ਭਾਰਤੀ ਫੌਜ ਅਸਰਦਾਰ ਢੰਗ ਦੇ ਨਾਲ ਕੰਮ ਹੀ ਨਹੀਂ ਕਰ ਸਕਦੀ। ਰੂਸੀ ਹਥਿਆਰਾਂ ਤੇ ਸਾਜ਼ੋ ਸਮਾਨ ਤੇ ਭਾਰਤ ਦੀ ਨਿਰਭਰਤਾ ਕਾਫੀ ਘਟ ਗਈ ਹੈ, ਪਰ ਭਾਰਤੀ ਫੌਜ ਰੂਸੀ ਹਥਿਆਰਾਂ ਤੇ ਸਾਜ਼ੋ ਸਮਾਨ ਤੋਂ ਬਿਨਾਂ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਪਰਫਾਰਮੈਂਸ ਦੇ ਹੀ ਨਹੀਂ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰੂਸੀ ਹਥਿਆਰਾਂ ਤੇ ਹੀ ਭਾਰਤ ਨਿਰਭਰ ਰਹੇਗਾ। ਇਹ ਰਿਪੋਰਟ ਹੈ ਜਿਹੜੀ ਅਮਰੀਕਾ ਦੇ ਵਿੱਚ ਨਿਕਲਦੀ ਹੈ। CRS ਦੀ ਰਿਪੋਰਟ ਹੈ ਜਿਹੜੀ ਉਹ ਬਾਈਡਨ ਪ੍ਰਸ਼ਾਸਨ ਦੇ ਉਸ ਅਹਿਮ ਫੈਸਲੇ ਤੋਂ ਪਹਿਲਾਂ ਆਈ ਹੈ ਜਿਸ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੂੰ ਭਾਰਤ ਦੀ ਰੂਸ ਤੋਂ ਫੌਜੀ ਹਥਿਆਰਾਂ ਦੀ ਖਰੀਦ ਘਟਾਉਣੀ ਪਵੇਗੀ। ਭਾਰਤ ਦੇ ਵਿੱਚ ਕਰੋਨਾ ਦੇ 2 ਤਰ੍ਹਾਂ ਦੇ ਟੀਕੇ ਬਣੇ ਨੇ, ਕੋਵਿਸ਼ੀਲਡ ਅਤੇ ਕੋਵੈਕਸਿਨ। ਕੋਵਿਸ਼ੀਲਡ ਹੈ ਜਿਹੜਾ ਤਕਰੀਬਨ ਬਾਹਰਲੇ ਮੁਲਕਾਂ ਦੇ ਵਿੱਚ ਪ੍ਰਮਾਣਿਤ ਹੈ, ਯਾਨੀ ਕਿ ਜਿਨ੍ਹਾਂ ਦੇ ਕੋਵਿਸ਼ੀਲਡ ਲੱਗਿਆ ਹੈ ਉਹ ਟੀਕੇ ਵਾਲੇ ਜਿਹੜੇ ਲੋਕ ਨੇ ਉਹਨਾਂ ਮੁਲਕਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਯਾਤਰਾ ਕਰ ਸਕਦੇ ਨੇ, ਪਰ ਕੋਵੈਕਸਿਨ ਨੂੰ ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ ਹੈ। ਇਹ ਜਾਣਕਾਰੀ ਸੀ ਕਿ ਜਿਹੜਾ ਹੈਗਾ 27 ਅਕਤੂਬਰ ਨੂੰ WHO ਇਸ ਨੂੰ ਪ੍ਰਵਾਨਗੀ ਦੇ ਸਕਦਾ ਹੈ, ਪਰ WHO ਨੇ ਕੋਵੈਕਸਿਨ ਦੇ ਬਾਰੇ ਹੋਰ ਸਪਸ਼ਟੀਕਰਨ ਮੰਗਿਆ ਹੈ ਤੇ ਅਗਲੀ ਮੀਟਿੰਗ 3 ਨਵੰਬਰ ਨੂੰ ਹੋਏਗੀ। ਟੀਕੇ ਦੇ ਨਿਰਮਾਤਾ ਭਾਰਤ ਬਾਇਓਟੈਕ ਨੂੰ ਹੋਰ ਸਪਸ਼ਟੀਕਰਨ WHO ਦੇ ਮੂਹਰੇ ਪੇਸ਼ ਕਰਨੇ ਪੈਣਗੇ। ਕਰੋਨਾ ਕਾਰਨ ਮਾਰਚ 2020 ਤੋਂ ਬੰਦ ਪਏ ਦਿੱਲੀ ਦੇ ਸਾਰੇ ਸਕੂਲ 1 ਨਵੰਬਰ ਤੋਂ ਖੋਲ ਦਿੱਤੇ ਜਾਣਗੇ ਤੇ ਦਿੱਲੀ ਦੇ ਵਿੱਚ ਛਠ ਪੂਜਾ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਕੂਲ ਭਾਵੇਂ ਖੁੱਲ ਰਹੇ ਨੇ ਪਰ ਕਿਸੇ ਵੀ ਬੱਚੇ ਨੂੰ ਜਾਂ ਫਿਰ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੇ ਵਿੱਚ ਹਰ ਹਾਲਤ ਵਿੱਚ ਬੱਚੇ ਨੂੰ ਭੇਜਣ ਦੇ ਲਈ ਮਜਬੂਰ ਨਹੀਂ ਕੀਤਾ ਜਾਏਗਾ। ਜਿਹੜੀਆਂ ਆਨਲਾਈਨ ਕਲਾਸਾਂ ਨੇ ਉਹ ਵੀ ਜਾਰੀ ਰਹਿਣਗੀਆਂ। ਆਫਲਾਈਨ ਜਿਹੜੇ ਬੱਚੇ ਆਉਣਾ ਚਾਹੁੰਦੇ ਨੇ ਉਹ 1 ਨਵੰਬਰ ਤੋਂ ਹੁਣ ਆ ਸਕਦੇ ਨੇ, ਪਰ ਸਕੂਲਾਂ ਨੂੰ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ 50% ਬੱਚੇ ਹੀ ਸਕੂਲ ਦੇ ਵਿੱਚ ਆਉਣ ਇੱਕ ਵਾਰੀ, ਯਾਨੀ ਕਿ ਹੁਣ ਇਸ ਤਰੀਕੇ ਦੇ ਨਾਲ ਸਕੂਲ ਨੇ ਜਿਹੜੇ ਉਹ ਆਪਣਾ ਪੈਟਰਨ ਬਣਾਉਣਗੇ ਕਿ 50% ਬੱਚੇ ਅੱਜ ਆਉਣਗੇ ਤੇ ਕੱਲ ਨੂੰ ਉਹਨਾਂ 50% ਦੀ ਛੁੱਟੀ ਰਹੇਗੀ ਤੇ ਬਾਕੀ 50% ਕੱਲ ਨੂੰ ਆਉਣਗੇ। ਇਸ ਤਰੀਕੇ ਦੇ ਨਾਲ ਕਲਾਸਾਂ ਨੇ ਜਿਹੜੀਆਂ ਉਹ ਲੱਗਣਗੀਆਂ। ਕਰੋਨਾ ਕਰਕੇ ਇਸ ਸਾਲ ਦੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵੀ ਨਹੀਂ ਹੋ ਸਕੀਆਂ ਸੀ ਪੂਰੇ ਦੇਸ਼ ਦੇ ਵਿੱਚ। ਪੈਗਾਸਸ ਜਾਸੂਸੀ ਮਾਮਲੇ ਦੇ ਨਾਲ ਜੁੜੀ ਅਹਿਮ ਖਬਰ ਹੈ। ਸੁਪਰੀਮ ਕੋਰਟ ਨੇ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦੇ ਰਾਹੀਂ ਭਾਰਤੀ ਨਾਗਰਿਕਾਂ ਦੀ ਕਥਿਤ ਜਾਸੂਸੀ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਹੈ ਜਿਹੜੀ ਉਹ ਕਾਇਮ ਕਰ ਦਿੱਤੀ ਹੈ। ਚੀਫ ਜਸਟਿਸ NV ਰਾਮੰਨਾ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ 3 ਮੈਂਬਰੀ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ RV ਰਵਿੰਦਰਨ ਕਰਨਗੇ। ਸੁਪਰੀਮ ਕੋਰਟ ਨੇ ਮਾਹਿਰਾਂ ਦੇ ਪੈਨਲ ਨੂੰ ਛੇਤੀ ਤੋਂ ਛੇਤੀ ਰਿਪੋਰਟ ਕਰਨ ਦੇ ਲਈ ਕਿਹਾ ਤੇ 8 ਹਫ਼ਤਿਆਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਹੈ ਜਿਹੜੀ ਉਹ ਹੋਏਗੀ, ਯਾਨੀ ਕਿ 2 ਮਹੀਨਿਆਂ ਬਾਅਦ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਹੜੇ ਇਹ ਇਲਜ਼ਾਮ ਲੱਗੇ ਨੇ ਨਾਗਰਿਕਾਂ ਦੀ ਨਿੱਜਤਾ ਨੂੰ ਆਪਣੇ ਹੱਕ ਦੇ ਵਿੱਚ ਲੈਣ ਲਈ, ਆਪਣੇ ਕੋਲ ਉਸ ਨਿੱਜਤਾ ਦਾ ਖੁਲਾਸਾ ਕਰਨ ਦੇ ਲਈ ਉਹਨਾਂ ਦੀ ਜਾਂਚ ਹੋਣ ਦੀ ਜ਼ਰੂਰ ਲੋੜ ਹੈ। ਸੁਪਰੀਮ ਕੋਰਟ ਨੇ ਜਿਹੜੀ ਇਹ ਕਮੇਟੀ ਬਣਾ ਦਿੱਤੀ ਹੈ ਉਸ ਤੇ ਕਾਂਗਰਸ ਨੇ ਬਿਆਨ ਦਿੱਤਾ ਹੈ ਕਿ ਸੱਚਾਈ ਦੀ ਜਿੱਤ ਹੋਈ ਹੈ ਤੇ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਡਰਪੋਕ ਫਾਸ਼ੀਵਾਦੀਆਂ ਦੀ ਆਖਰੀ ਪਨਾਹਗਾਹ ਰਾਸ਼ਟਰਵਾਦ ਹੈ। ਪੈਗਾਸਸ ਦੀ ਦੁਰਵਰਤੋਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਬਣਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਸੁਪਰੀਮ ਕੋਰਟ ਪੈਗਾਸਸ ਜਾਸੂਸੀ ਕਾਂਡ ਦੀ ਜਾਂਚ ਕਰਵਾ ਰਹੀ ਹੈ। ਇਹ ਵੱਡਾ ਕਦਮ ਹੈ, ਸੱਚਾਈ ਸਾਹਮਣੇ ਆਵੇਗੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਹੈ ਜਿਹੜੀ ਪੈਗਾਸਸ ਮਾਮਲਾ ਸੰਸਦ ਦੇ ਵਿੱਚ ਮੁੜ ਚੁੱਕੇਗੀ, ਇਸ ਤੇ ਚਰਚਾ ਕਰਵਾਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਮੋਦੀ ਸਰਕਾਰ ਭਾਰਤੀ ਜਮਹੂਰੀਅਤ ਨੂੰ ਖਤਮ ਕਰ ਰਹੀ ਹੈ। ਦੇਸ਼ ਦੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਪੈਗਾਸਸ ਜਾਸੂਸੀ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਧੰਨਵਾਦ ਵੀ ਕੀਤਾ। ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕੀਤਾ ਕਿ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਸਨੇ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਇਸ ਮਾਮਲੇ ਵਿੱਚ ਦਖਲ ਦੇਣ ਦੀ ਜਿਹੜੀ ਅਪੀਲ ਕੀਤੀ ਸੀ ਉਸ ਨੂੰ ਵੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਤੇ ਮੋਦੀ ਸਰਕਾਰ ਨੂੰ ਚੰਗਾ ਸ਼ੀਸ਼ਾ ਦਿਖਾ ਦਿੱਤਾ ਹੈ ਤੇ ਮੋਦੀ ਸਰਕਾਰ ਨੂੰ ਝਟਕਾ ਵੀ ਦਿੱਤਾ ਹੈ। ਜੇਲੋਂ ਬਾਹਰ ਆਏ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਵਿੱਚ ਰੈਲੀ ਕੀਤੀ। ਬੀਜੇਪੀ ਅਤੇ ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਰੇਲਾਂ, ਜਹਾਜ਼ ਸਭ ਕੁਝ ਵਿਕ ਗਿਆ ਹੈ। ਫਿਰਕੂ ਤਾਕਤਾਂ ਦੇ ਮੂਹਰੇ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਬੀਜੇਪੀ ਦੇ ਨਾਲ ਅਸੀਂ ਨਾ ਕਦੇ ਸਮਝੌਤਾ ਕੀਤਾ ਨਾ ਹੀ
ਕਰਾਂਗੇ। ਮੋਦੀ ਨੇ ਕਿਹਾ ਸੀ ਕਿ ਉਹ ਸਾਰਿਆਂ ਨੂੰ 15-15 ਲੱਖ ਰੁਪਏ ਦੇਣਗੇ। ਸਾਰਿਆਂ ਨੇ ਖਾਤਾ ਖੁਲਵਾਇਆ ਸੀ ਪਰ ਖਾਤੇ ਖਾਲੀ ਪਏ ਨੇ। यूपी ਦੇ ਨੋਇਡਾ ਤੋਂ ਖਬਰ ਹੈ ਜਿੱਥੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਦਾ ਵੇਰਵਾ ਮੰਗਿਆ ਗਿਆ ਹੈ। ਹੁਣ ਸਖਤ ਕਾਰਵਾਈ ਜਿਹੜੀ ਉਹ ਹੋਵੇਗੀ। ਦੇਸ਼ ਦੇ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ NGT ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਤੋਂ ਬਾਅਦ ਨੋਇਡਾ ਟ੍ਰੈਫਿਕ ਵਿਭਾਗ ਸਖਤ ਕਾਰਵਾਈ ਕਰ ਰਿਹਾ ਹੈ। ਆਮ ਲੋਕਾਂ ਨੂੰ ਵੀ ਪ੍ਰਦੂਸ਼ਣ ਕੰਟਰੋਲ ਦੀ ਮੁਹਿੰਮ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਲਈ ਨੋਇਡਾ ਟ੍ਰੈਫਿਕ ਵਿਭਾਗ ਨੇ ਇੱਕ WhatsApp ਨੰਬਰ ਜਾਰੀ ਕੀਤਾ ਹੈ। ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨ ਦੀ ਤੁਸੀਂ ਤੁਰੰਤ ਫੋਟੋ ਖਿੱਚ ਲਓ ਜਾਂ ਫਿਰ ਵੀਡੀਓ ਬਣਾ ਲਓ ਤੇ ਸਾਨੂੰ ਇਸ WhatsApp ਨੰਬਰ ਤੇ ਭੇਜ ਦਿਓ। ਇਸ ਤੋਂ ਬਾਅਦ ਉਹਨਾਂ ਵਾਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਭਾਵੇਂ ਇਹ ਆਵਾਜ਼ ਦਾ ਪ੍ਰਦੂਸ਼ਣ ਹੋਵੇ ਜਾਂ ਫਿਰ ਹਵਾ ਦਾ ਪ੍ਰਦੂਸ਼ਣ ਹੋਵੇ, ਸਭ ਤੇ ਤੁਰੰਤ ਕਾਰਵਾਈ ਕੀਤੀ ਜਾਏਗੀ। ਯਾਨੀ ਕਿ ਨੋਇਡਾ ਦੇ ਵਿੱਚ ਜੇ ਤੁਹਾਡੇ ਵਾਹਨ ਦੇ ਵਿੱਚੋਂ ਧੂਆਂ ਨਿਕਲਦਾ ਹੈ, ਬਹੁਤ ਜ਼ਿਆਦਾ ਧੂਆਂ ਨਿਕਲਦਾ ਹੈ, ਜਾਂ ਫਿਰ ਤੁਹਾਡੀ ਜਿਹੜੀ ਗੱਡੀ ਹੈ ਬਹੁਤ ਜ਼ਿਆਦਾ ਹਾਰਨ ਤੁਸੀਂ ਵਜਾਉਂਦੇ ਹੋ, ਆਵਾਜ਼ ਪ੍ਰਦੂਸ਼ਣ ਕਰਦੇ ਹੋ, ਤਾਂ ਫਿਰ ਤੁਹਾਡੇ ਖਿਲਾਫ ਕਾਰਵਾਈ ਹੋਵੇਗੀ। ਤੇ ਇਹ ਵੀ ਕਿਹਾ ਹੈ ਟ੍ਰੈਫਿਕ ਵਿਭਾਗ ਨੇ ਕਿ ਸ਼ਿਕਾਇਤਕਰਤਾ ਜਿਹੜਾ ਹੋਏਗਾ ਉਹਦਾ ਨਾਮ, ਪਤਾ ਤੇ ਫੋਨ ਨੰਬਰ ਅਸੀਂ ਗੁਪਤ ਰੱਖਾਂਗੇ। ਬਿਹਾਰ ਦੇ ਪਟਨਾ ਤੋਂ ਖਬਰ ਹੈ ਜਿੱਥੇ ਗਾਂਧੀ ਮੈਦਾਨ ਬੰਬ ਧਮਾਕਿਆਂ ਦੇ ਮਾਮਲੇ ਵਿੱਚ NIA ਦੀ ਵਿਸ਼ੇਸ਼ ਅਦਾਲਤ ਨੇ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਇੱਕ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ ਹੈ। ਤੇ 2013 ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਸੀ ਉਹਦੇ ਵਿੱਚ ਸਾਰੇ ਦੋਸ਼ੀ ਨੇ ਜਿਹੜੇ ਉਹ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ। ਇਮਤਿਆਜ਼ ਅੰਸਾਰੀ, मुजीबुल्ला, हैदर अली, फिरोज असलम, नुमान अंसारी, इफ्तिखार अहमद हुसैन, उमर सिद्दीकी ਅਤੇ ਅਜ਼रुद्दीन ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਫਖਰੁद्दीन ਨੂੰ ਬਰੀ ਕਰ ਦਿੱਤਾ ਗਿਆ। ਅਮਰੀਕਾ ਦੇ ਵਿੱਚ 5 ਤੋਂ ਲੈ ਕੇ 11 ਸਾਲ ਤੱਕ ਦੇ ਬੱਚਿਆਂ ਨੂੰ ਵੀ ਕਰੋਨਾ ਦਾ ਟੀਕਾ ਲਾਇਆ ਜਾਵੇਗਾ। 5 ਤੋਂ 11 ਸਾਲ ਦੇ ਬੱਚਿਆਂ ਦੀ ਕਰੋਨਾ ਵੈਕਸੀਨ ਨੂੰ ਲੈ ਕੇ ਅਮਰੀਕੀ ਸਰਕਾਰ ਦੇ ਇੱਕ ਪੈਨਲ ਨੇ ਫਾਈਜ਼ਰ ਦੇ ਪੱਖ ਦੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਯਾਨੀ ਕਿ ਫਾਈਜ਼ਰ ਵੈਕਸੀਨ ਹੈ ਜਿਹੜੀ ਕਰੋਨਾ ਦੀ, ਅਮਰੀਕੀ ਨਿਆਮਕ ਸੰਸਥਾ FDA ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਮੰਗਲਵਾਰ ਨੂੰ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਹੁਣ ਇਸ ਨੂੰ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਤੋਂ ਮਨਜ਼ੂਰੀ ਦੇ ਲਈ ਉਸ ਦੇ ਸਾਹਮਣੇ ਰੱਖਿਆ ਜਾਏਗਾ। ਮਨਜ਼ੂਰੀ ਦਾ ਇੰਤਜ਼ਾਰ ਹੈ ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ 2 ਨਵੰਬਰ ਤੱਕ ਜਿਹੜਾ ਹੈਗਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦਾ ਫੈਸਲਾ ਆ ਜਾਏਗਾ ਤੇ ਅਜਿਹਾ ਹੋਣ ਤੋਂ ਅਗਲੇ ਦਿਨ ਤੋਂ ਹੀ ਬੱਚਿਆਂ ਨੂੰ ਇਹ ਟੀਕਾ ਲਾਉਣਾ ਸ਼ੁਰੂ ਕਰ ਦਿੱਤਾ ਜਾਏਗਾ। ਸਪੇਨ ਦੇ ਵਿਗਿਆਨੀਆਂ ਨੇ ਇੱਕ ਨਵੀਂ ਖੋਜ ਕੀਤੀ ਹੈ। ਅੰਨੇ ਲੋਕਾਂ ਦੇ ਲਈ ਨਵੀਂ ਤਕਨੀਕ ਦੀ ਖੋਜ ਕੀਤੀ ਹੈ ਜਿਸ ਦੇ ਜ਼ਰੀਏ ਮਰੀਜ਼ ਦੇ ਦਿਮਾਗ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਚਿਪ ਲਾਈ ਜਾਂਦੀ ਹੈ ਜਿਸ ਨਾਲ ਅੰਨੇ ਮਰੀਜ਼ ਨੂੰ ਦਿਖਾਈ ਦੇਣ ਲੱਗਦਾ ਹੈ। ਇਸ ਤਕਨੀਕ ਰਾਹੀਂ ਵਿਗਿਆਨੀ ਦਿਮਾਗ ਦੇ ਵਿਜ਼ੂਅਲ ਕਾਰਟੈਕਸ ਨੂੰ ਐਕਟੀਵੇਟ ਕਰਦੇ ਨੇ ਜਿਸ ਨਾਲ ਦਿਮਾਗ ਦੇ ਸਾਹਮਣੇ ਦਿਖਾਈ ਦੇਣ ਵਾਲੀ ਚੀਜ਼ ਦੀ ਸਾਫ਼ ਤਸਵੀਰ ਬਣਨੀ ਸ਼ੁਰੂ ਹੋ ਜਾਂਦੀ ਹੈ। ਚੀਨ ਨੇ ਜਿਹੜਾ ਪਿਛਲੇ ਦਿਨੀ ਨਵਾਂ ਸਰਹੱਦੀ ਕਾਨੂੰਨ ਬਣਾਇਆ ਹੈ ਉਸ ਨੂੰ ਭਾਰਤ ਨੇ ਇੱਕ ਤਰਫਾ ਦੱਸਿਆ ਹੈ ਤੇ ਕਿਹਾ ਕਿ ਇਸ ਨਵੇਂ ਕਾਨੂੰਨ ਦਾ ਅਸਰ ਸਰਹੱਦ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਜ਼ਰੂਰ ਪਏਗਾ, ਸਾਡੀ ਦੁਵੱਲੀ ਗੱਲਬਾਤ ਦੇ ਉੱਤੇ ਪੈ ਸਕਦਾ ਹੈ, ਮੌਜੂਦਾ ਸਰਹੱਦਾਂ ਦੇ ਨਾਲ ਜੁੜੇ ਮਾਮਲਿਆਂ ਤੇ ਪੈ ਸਕਦਾ ਤੇ ਭਾਰਤ ਨੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਿਆ। ਭਾਰਤ ਦੇ ਵਿੱਚ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦੇ ਲਈ ਟੋਕੀਓ 올림픽ਸ ਦੇ ਵਿੱਚ ਆਪਣੇ ਜੌਹਰ ਦਿਖਾਉਣ ਵਾਲੇ ਖਿਡਾਰੀਆਂ ਨੂੰ ਜਿਹੜਾ ਹੈਗਾ ਚੁਣਿਆ ਗਿਆ ਹੈ ਜਿਹਦੇ ਵਿੱਚ ਨੀਰਜ ਚੋਪੜਾ, ਲਵਲੀਨਾ ਸਮੇਤ 11 ਖਿਡਾਰੀ ਸ਼ਾਮਲ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।